ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੇਸ਼ ਮਹਿਰਾ। ਕਹਿੰਦੇ ਨੇ ਰੱਖਿਆ ਨੀਤੀ ਤੇ ਰਾਜਨੀਤੀ ਹੋ ਰਹੀ ਹੈ। ਇਹ ਰਾਜਨੀਤੀ ਕਦੋਂ ਖਤਮ ਹੋਊਗੀ? ਘੱਟੋ ਘੱਟ ਦੇਸ਼ ਦੀ ਏਕਤਾ ਨੂੰ ਸਾਹਮਣੇ ਰੱਖਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਇੱਕ ਬਿਆਨ ਦਿੱਤਾ। ਉਹਦੇ ਵਿੱਚ ਦੱਸਿਆ ਕਿ ਸਾਡੇ ਜਿਹੜੇ ਚੀਨ ਸੀਮਾ ਦੇ ਵਿੱਚ 16 ਬਿਹਾਰੀ ਰੈਜੀਮੈਂਟ ਦੇ ਜਿਹੜੇ ਜਵਾਨ ਸ਼ਹੀਦ ਹੋ ਗਏ ਨੇ, ਉਹਨਾਂ ਨਾਲ ਧੋਖਾ ਨਹੀਂ ਹੋਣਾ ਚਾਹੀਦਾ। ਔਰ ਜਿਹੜੇ ਚੀਨੀ ਸੈਨਿਕ ਨੇ ਉਹ ਸਾਡੀ ਜਿਹੜੀ ਸੱਟੋ ਝੀਲ ਹੈ ਉਹਦੇ ਵਿੱਚ ਦਾਖਲ ਹੋ ਗਏ ਸੀ, ਘੁਸਪੈਠ ਕਰਤਾ ਸੀ। ਤੇ ਪਹਿਲਾਂ ਵੀ ਰਾਹੁਲ ਗਾਂਧੀ ਨੇ ਇੱਕ ਟਵੀਟ ਕੀਤਾ ਸੀ, ਹਾਲਾਂਕਿ ਪ੍ਰੋਪਰ ਉਹਨਾਂ ਨੇ ਬਿਆਨ ਵੀ ਦਿੱਤਾ ਸੀ ਕਿ ਸਰਕਾਰ ਸਾਨੂੰ ਦੱਸੇ ਵੀ ਸਾਡੇ ਜਿਹੜੇ ਜਵਾਨ ਆ ਉਹ ਬਿਨਾਂ ਹਥਿਆਰਾਂ ਤੇ ਕਿਉਂ ਸੀਗੇ। ਚਲੋ ਹੁਣ ਫਿਰ ਇੱਕ ਹੋਰ ਟਵੀਟ ਹੋਇਆ ਰਾਹੁਲ ਗਾਂਧੀ ਵੱਲੋਂ, ਸਿੱਧਾ ਪ੍ਰਧਾਨ ਮੰਤਰੀ ਦੇ ਨਾਮ ਤੇ ਟਵੀਟ ਕਰ ਦਿੱਤਾ ਵੀ ਨਰਿੰਦਰ ਮੋਦੀ ਨਹੀਂ, ਸਾਡੇ ਸੁਰਿੰਦਰ ਮੋਦੀ ਨੇ। ਉਹਦੇ ਤੇ ਬੜੀ ਚਰਚਾ ਹੋਈ, ਬੜਾ ਬਵਾਲ ਹੋਇਆ। ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਕਸ਼ JP ਨੱਡਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਜਿਹੜੇ ਬਿਆਨਾਂ ਤੇ ਟਿੱਪਣੀ ਕਰਦੇ ਹੋ ਕਿਹਾ ਵੀ ਤੁਸੀਂ ਜਦੋਂ ਤੁਹਾਡੀਆਂ ਸਰਕਾਰਾਂ ਸੀ, ਤੁਸੀਂ ਲੰਬੇ ਸਮੇਂ ਤੇ ਰਾਜ ਕੀਤਾ, ਉਦੋਂ ਤੁਸੀਂ 4300 ਕਿਲੋਮੀਟਰ ਜਗ੍ਹਾ ਜਿਹੜੀ ਉਹ ਚੀਨ ਨੂੰ ਦੇ ਦਿੱਤੀ ਸੀ ਭਾਰਤ ਦੀ। ਤੁਹਾਡੇ ਅੰਦਰ ਵੀ ਬੜੀ ਵਾਰੀ 500-600 ਵਾਰੀ ਚੀਨ ਨੇ ਧੱਕਾ ਕੀਤਾ, ਅੰਦਰ ਆਏ, ਪਰ ਤੁਸੀਂ ਉਹਨਾਂ ਇਲਾਕਿਆਂ ਨੂੰ ਖੁੱਲ੍ਹਾ ਛੱਡਿਆ ਸੀ। ਉਹਨਾਂ ਕਹਿੰਦੇ ਵੀ ਹੁਣ ਸਮਾਂ ਹੈ ਦੇਸ਼ ਦੀ ਏਕਤਾ ਨੂੰ ਦੇਖਣ ਦਾ। ਬਾਹਰ ਪਲਟਵਾਰ ਦਾ ਦੌਰ ਹੁਣ ਚੱਲ ਪਿਆ, ਇਸ ਤੇ ਚਰਚਾ ਕਰਾਂਗੇ ਵੀ ਹੋਣਾ ਕੀ ਚਾਹੀਦਾ ਇਸ ਸਮੇਂ ਦੇ ਵਿੱਚ। ਕੀ ਸਿਆਸਤ ਹੋਣੀ ਚਾਹੀਦੀ ਆ ਜਾਂ ਫਿਰ ਦੇਸ਼ ਨੂੰ ਅੱਗੇ ਰੱਖਦੇ ਹੋਏ ਦੇਸ਼ ਦਾ ਹਿੱਤ ਪਹਿਲਾਂ ਦੇਖਣਾ ਚਾਹੀਦਾ? ਪਹਿਲਾਂ ਗੱਲ ਸੁਣੀਏ नेतावां दी, फिर गल करते हैं पैनल पे। आपका तो भगवान भी अब साथ नहीं दे रहा है। नरेंद्र मोदी इज सुरेंद्र मोदी। वो नरों के ही नेता नहीं, अब सुरों के भी नेता है। यह बात आपकी जुबान से निकलती है, इस बात को समझना चाहिए, आपके ट्विटर से निकलती है। इसलिए भगवान भी शुभ सोच रहा है, इस बात को समझना चाहिए। यू शुड अंडरस्टैंड द लैंग्वेज ऑफ गॉड। मोदी जी नरों के ही नेता नहीं, नरों के ही राजा नहीं, सुरों के, देवताओं के भी राजा। इस तरीके की भाषा बनती है, यह हमको समझना। तुम अपने कांग्रेस पार्टी के रोड मैप की चिंता करो, वो नीचे ही नीचे जा रही है, हर दिन जा रही है। विपक्ष भी करने नहीं आता। मैं तो ये कहूंगा, लंबे समय तक विपक्ष में रहा हूं, हमसे ट्यूशन ले लो, हम आपको बता देंगे कि विपक्ष किस तरीके से किया जाता है। देखिए, ये बहुत ही दुर्भाग्यपूर्ण बात है कि ऐसे राष्ट्रीय संकट के मसले पर वो नेता अरविंद केजरीवाल, जो इस देश के एक लोकप्रिय नेता भी हैं और 3 बार दिल्ली के चुने हुए मुख्यमंत्री हैं, 1-2 बार नहीं 3 बार दिल्ली की जनता ने उनको चुना है, वो दिल्ली के मुख्यमंत्री हैं। क्या भाजपा की सरकार और प्रधानमंत्री जी उनको देश के महत्वपूर्ण नेताओं में शामिल नहीं मानते? क्या ऐसे मसले पर उनकी राय लेना नहीं चाहते? हम हर राष्ट्रीय मसले पर, हर राष्ट्रीय संकट में, हर राष्ट्रीय आपदा में मजबूती के साथ सरकार के साथ खड़े रहते हैं, देश के साथ खड़े रहते हैं। ऐसे में मैं बहुत हैरान हूं कि अरविंद केजरीवाल की राय को ना शामिल करके सरकार क्या कहना चाहती है, क्या हासिल करना चाहती है। ਤੁਸੀਂ ਗੱਲ ਸੁਣੀ ਨੇਤਾਵਾਂ ਦੀ। ਮੈਂ ਹੁਣ ਤੁਹਾਡਾ ਰੂਬਰੂ ਕਰਾ ਦੇਵਾਂ। ਪੈਨਲ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੀਰਜ ਵਰਮਾ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਔਰ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਮੌਜੂਦ ਨੇ ਜਗਰੂਪ ਜੀ ਹਸਨਪੁਰ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਵੀ ਨੇਤਾ ਸਾਡੇ ਨਾਲ ਸ਼ਾਮਲ ਹੋਣਗੇ, ਉਹਨਾਂ ਨੂੰ ਮੈਂ ਅਗਲੇ ਸਮੇਂ 'ਚ ਰੂਬਰੂ ਕਰਾਵਾਂਗਾ। ਪਹਿਲਾਂ ਸ਼ੁਰੂਆਤ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੀਰਜ ਜੀ ਤੋਂ। ਨੀਰਜ ਜੀ, ਕੀ ਕਹਿਣਾ ਚਾਹੋਗੇ? ਇਹ ਸਿਆਸਤ ਬਹੁਤ ਗਰਮਾ ਗਈ ਹੈ, ਕਾਂਗਰਸ ਦੇ ਸਿਪਾ ਸਲਾਰ ਔਰ ਸਾਬਕਾ ਪ੍ਰਧਾਨ ਮੰਤਰੀ ਨੇ ਵੀ ਤੁਹਾਡੇ ਤੇ ਤੰਜ ਕੱਸੇ, ਕੀ ਕਹਿਣਾ ਚਾਹੋਗੇ? ਅੱਜ ਦੇਸ਼ ਦੇ ਉੱਤੇ ਜੋ ਸੰਕਟ ਆਇਆ ਜੀ, ਅੱਜ ਸਾਨੂੰ ਮਿਲ ਕੇ ਲੜਨ ਦੀ ਜ਼ਰੂਰਤ ਸੀ ਜੀ, ਪਰ
ਸਾਡੇ ਦੇਸ਼ ਦੇ ਕੁਝ ਨੇਤਾਵਾਂ ਨੇ ਜੋ ਆਪਣੀ ਸਾਡੀਆਂ ਸੈਨਾਵਾਂ ਨੂੰ ਲੈ ਕੇ ਜੀ ਸਾਡੇ ਦੇਸ਼ ਦੀ ਪਹਿਰਾਰੀ ਜਿਹੜੇ ਦੇਸ਼ ਦੀ ਰੱਖਿਆ ਕਰਦੇ ਨੇ ਜੀ। ਉਹਨਾਂ ਨੂੰ ਲੈ ਕੇ ਜੋ ਗੱਲਾਂ ਕੀਤੀਆਂ ਬੜੀਆਂ ਮੰਦਭਾਗੀਆਂ ਨੇ ਜੀ ਔਰ ਐਸੀਆਂ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ। ਅੱਜ ਦੇਸ਼ ਨੂੰ ਇੱਕ ਹੋ ਕੇ ਏਕਤਾ ਦੇ ਵਿੱਚ ਹੋ ਕੇ ਇਹਦਾ ਮੁਕਾਬਲਾ ਕਰਨਾ ਚਾਹੀਦਾ ਸੀਗਾ। ਜੀ ਅੱਜ ਉਹ ਜਿਹੜੇ ਵਾਈਸ ਪ੍ਰਧਾਨ ਆਲ ਇੰਡੀਆ ਰਾਹੁਲ ਜੀ ਮੈਂ ਤਾਂ ਹੋਰ ਕੁਝ ਕਹਿਣਾ ਚਾਹੁੰਦਾ ਸੀ ਚਲੋ ਤੇ ਉਹ ਐਸੇ ਗੱਲਾਂ ਕਰ ਰਹੇ ਆ ਜਿਹੜੇ ਦੇਸ਼ ਦੀ ਰੱਖਿਆ ਤੇ ਸਿੱਧਾ ਆਘਾਤ ਹੈ। ਉਹ ਦੇਸ਼ ਦੇ ਵਿੱਚ ਐਸੀਆਂ ਗੱਲਾਂ ਸਾਡੀਆਂ ਲੀਡਰਸ਼ਿਪ ਨੂੰ ਜਿਹੜੀ ਲੀਡਰਸ਼ਿਪ ਇੰਡੀਆ ਦੇ ਵਿੱਚ 70 ਸਾਲ ਜਿਹਨੇ ਰਾਜ ਕੀਤਾ ਉਹਦੇ ਰਾਜ ਦੇ ਵਿੱਚ ਇੰਨੀਆਂ ਘੁਸਪੈਠ ਹੋਏ ਜੀ ਔਰ ਅੱਜ ਉਹ ਕਹਿਣ ਵੀ ਬਿਨਾਂ ਹਥਿਆਰਾਂ ਤੋਂ ਉੱਥੇ ਫੌਜੀਆਂ ਨੂੰ ਭੇਜਿਆ ਗਿਆ। ਬੜੀ ਮੰਦਭਾਗੀ ਗੱਲ ਹੈ। ਇਹਨਾਂ ਨੂੰ ਸ਼ਾਇਦ ਪਿਛੋਕੜ ਇਹਨਾਂ ਨੂੰ ਸੋਚ ਕੇ ਬੋਲਣਾ ਚਾਹੀਦਾ। ਪਹਿਲਾਂ ਹਿਸਟਰੀ ਪੜ੍ਹਨ। ਇਹਨਾਂ ਨੂੰ ਸ਼ਾਇਦ ਪਤਾ ਨਹੀਂ ਪੰਚਸ਼ੀਲ ਸੰਮੇਲਨ ਦੇ ਵਿੱਚ 1996 ਦੇ ਵਿੱਚ ਇਹ ਸਮਝੌਤੇ ਹੋਏ ਉਦੋਂ ਕਾਂਗਰਸ ਦਾ ਰਾਜ ਸੀ। ਨਰਸਿਮਹਾ ਰਾਓ ਜੀ ਦਾ ਸਰਕਾਰ ਸੀ ਉਦੋਂ ਵੀ ਸਮਝੌਤਾ ਹੋਇਆ। ਦੇਵੇ ਗੌੜਾ ਦੀ ਸਰਕਾਰ ਸੀ ਉਹਦੇ ਵਿੱਚ ਕਾਂਗਰਸ ਨੇ ਸਪੋਰਟ ਕੀਤੀ ਸੀਗੀ ਉਦੋਂ ਚੀਨ ਨਾਲ ਸਮਝੌਤਾ ਹੋਇਆ ਔਰ ਉਦੋਂ ਇਹ ਲਾਗੂ ਹੋਇਆ ਸੀ ਵੀ ਹਥਿਆਰ ਕੋਈ ਯੂਜ਼ ਨਹੀਂ ਕਰੇਗਾ। ਇਹ ਨਰਿੰਦਰ ਮੋਦੀ ਨੇ ਨਹੀਂ ਲਾਗੂ ਕੀਤਾ ਸੀ। ਅੱਜ ਇਹ ਕਹਿ ਰਹੇ ਉੱਥੇ ਹਥਿਆਰ ਲੈ ਕੇ ਨਹੀਂ ਗਏ। ਸਾਡੇ ਦੇਸ਼ ਦੇ ਮਿਲਟਰੀ ਮੈਨ ਨੂੰ ਇਹਨਾਂ ਨੇ ਮਰਵਾਤਾ। ਮੈਂ ਪੁੱਛਣਾ ਚਾਹੁੰਦਾ ਤੁਹਾਡੀ ਇਸ ਚੈਨਲ ਦੇ ਰਾਹੀਂ ਵੀ ਜੇ ਸਮਝੌਤੇ ਸਹੀ ਕੀਤੇ ਹੁੰਦੇ ਅੱਜ ਦੇਸ਼ ਦੀ ਇਹ ਦਸ਼ਾ ਨਾ ਹੁੰਦੀ। ਪਿਛਲੇ 10 ਸਾਲ ਤੋਂ ਮਾਨਨੀय ਨਰਿੰਦਰ ਮੋਦੀ ਦੀ ਸਰਕਾਰ ਨੇ ਪਾਕਿਸਤਾਨ ਨੂੰ ਧੂਲ ਚਟਾਤੀ ਤੇ ਇਹ ਚੀਨ ਕੀ ਹੈ ਅੱਜ ਤੁਸੀਂ ਦੇਖੋ ਚੈਨਲਾਂ ਦੇ ਰਾਹੀਂ ਅੱਜ ਚੀਨ ਘੁੱਟਨੇ ਟੇਕ ਕੇ ਟੇਬਲ ਤੇ ਬੈਠ ਕੇ ਗੱਲ ਕਰਨ ਨੂੰ ਮਜਬੂਰ ਹੋ ਗਿਆ ਕਿਉਂਕਿ ਬਰਾਬਰ ਉਹਨਾਂ ਦੇ ਫੌਜੀ 50 ਦੇ ਕਰੀਬ ਮਾਰੇ। ਮੈਂ ਤੁਹਾਨੂੰ ਮਾਫੀ ਚਾਹੁੰਦਾ। ਬਾਕੀ ਚੀਨ ਨੂੰ ਅਸੀਂ ਕੋਈ ਵੀ ਦੇਸ਼ ਹੋਵੇ ਉਹ ਸਾਡੇ ਦੇਸ਼ ਅੱਗੇ ਘੁੱਟਨੇ ਟੇਕੇਗਾ ਜੇ ਇਸੇ ਤਰੀਕਿਆਂ ਦੀਆਂ ਹਰਕਤਾਂ ਕਰੇਗਾ। ਮੇਰੇ ਨਾਲ ਜੁੜ ਰਹੇ ਨੇ ਕਾਂਗਰਸ ਦੇ ਸੀਨੀਅਰ ਨੇਤਾ ਤੇ ਚੇਅਰਮੈਨ ਸਾਡੇ ਇੰਡਸਟਰੀ ਦੇ ਕੇ ਬਾਬਾ ਜੀ। ਬਾਬਾ ਜੀ ਮੇਰੀ ਆਵਾਜ਼ ਸੁਣ ਰਹੇ ਜੀ? ਹਾਂਜੀ ਹਾਂਜੀ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੈਨਲ ਦੇ ਵਿੱਚ। ਕੇਂਦਰ ਸਰਕਾਰ ਦਾ ਜਿਹੜੇ ਰਾਸ਼ਟਰੀ ਅਧਿਕਸ਼ ਨੇ JP ਨੱਡਾ ਜੀ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਸਾਡੇ ਤੁਹਾਡੇ ਸਾਬਕਾ ਪ੍ਰਧਾਨ ਮੰਤਰੀ ਰਹੇ ਨੇ ਮਨਮੋਹਨ ਸਿੰਘ ਜੀ ਤੇ ਹੁਣ ਤੁਹਾਡੇ ਉਪਾਧਿਕਸ਼ ਨੇ ਰਾਹੁਲ ਗਾਂਧੀ ਜੀ ਦੋਨਾਂ ਨੇ ਤੰਜ ਕੱਸਿਆ ਕੇਂਦਰ ਸਰਕਾਰ ਤੇ। ਪਹਿਲਾਂ ਕਿਹਾ ਵੀ ਨਿਹੱਥੇ ਤੁਸੀਂ ਕਿੱਦਾਂ ਭੇਜ ਦਿੱਤੇ ਤੇ ਹੁਣ ਤੁਸੀਂ ਕਹਿ ਰਹੇ ਹੋ ਵੀ ਹੁਣ ਉਹਨਾਂ ਦੀ ਰੱਖਿਆ ਹੋਣੀ ਚਾਹੀਦੀ ਆ ਔਰ ਉਹ ਜਿਹੜਾ ਕੁਝ ਹੋ ਰਿਹਾ ਉਹ ਗਲਤ ਹੋ ਰਿਹਾ। ਕਬਜ਼ਾ ਕਿਵੇਂ ਕਰ ਰਹੀ ਹੈ ਚੀਨ? ਇਸ ਵੇਲੇ ਕੀ ਕਹਿਣਾ ਚਾਹੋਗੇ? ਗੱਲ ਇਹ ਹੈ ਜੋ ਮੈਂ ਸਮਝਦਾ ਅੱਜ ਆਪ ਅਖਬਾਰਾਂ ਵੀ ਦੇਖ ਰਹੇ ਹਾਂ TV ਚੈਨਲ ਦੇਖ ਰਹੇ ਹਾਂ ਜੋ ਅੱਜ BJP ਗਵਰਨਮੈਂਟ ਦਾ ਰੋਲ ਹੈ ਜਿਹੜਾ ਗੁਆਂਢੀ ਦੇਸ਼ਾਂ ਦੇ ਪ੍ਰਤੀ ਚਾਈਨਾ ਦੇ ਅੱਗੇ ਵਾਕਈ ਘੁੱਟਨੇ ਟੇਕੇ ਪਏ ਨੇ। ਇਹ ਤਾਂ ਚਾਈਨਾ ਦਾ ਕੀ ਹੈ ਤਾਂ ਨੇਪਾਲ ਦੇ ਅੱਗੇ ਟੇਕੀ ਬੈਠੇ ਨੇ। ਇਹ ਤਾਂ ਨੇਪਾਲ ਵਾਲੇ ਵੀ ਸਾਨੂੰ ਅੱਖਾਂ ਕੱਢ ਰਹੇ ਨੇ। ਅੱਜ ਮੈਂ ਸਮਝਦਾ ਕਿ ਇਹਨਾਂ ਨੇ ਦੇਸ਼ ਦੇ ਵਕਾਰ ਨੂੰ ਸੱਟ ਮਾਰੀ ਹੈ। ਦੇਸ਼ ਦੀ ਮਰਿਆਦਾ ਨੂੰ ਮਾਣ ਨੂੰ ਸੱਟ ਮਾਰੀ ਹੈ BJP ਨੇ। ਤੇ ਅੱਜ ਮੈਂ ਸਮਝਦਾ ਕਿ ਇਹਨਾਂ ਲੋਕਾਂ ਨੇ ਕਦੇ ਪਾਕਿਸਤਾਨ ਦੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਜਿਹੜਾ ਕਈ ਵਾਰ ਸਿਰਫ ਚੋਣਾਂ ਸਿਰਫ ਆਪਣੀ ਪੋਲੀਟੀਕਲ ਉਹਨੂੰ ਹਾਸਲ ਕਰਨ ਦੇ ਲਈ ਤੇ ਮੈਂ ਸਮਝਦਾ ਕਿ ਅੱਜ ਜਿੱਥੇ ਕਾਂਗਰਸ ਪਾਰਟੀ ਹੈ ਡਾਕਟਰ ਮਨਮੋਹਨ ਸਿੰਘ ਹੈ ਜਿਹੜਾ ਉਹ ਇੱਕੋ ਹੀ ਸ਼ਬਦ ਕਹਿੰਦੇ ਨੇ ਉਹ ਦੇਸ਼ ਦੇ ਹਿੱਤ ਦੇ ਵਿੱਚ ਕਹਿੰਦੇ ਨੇ। ਉਹਨਾਂ ਨੂੰ ਦੇਸ਼ ਦਾ ਫਿਕਰ ਹੈ ਦੇਸ਼ ਦੀ ਚਿੰਤਾ ਹੈ ਕਿਉਂਕਿ ਅੱਜ ਜੋ ਕੁਝ ਹੋ ਰਿਹਾ ਹੈ ਅੱਜ ਜੋ ਭਾਜਪਾ ਦੀ ਕਾਰਗੁਜ਼ਾਰੀ ਹੈ ਅੱਜ ਇਹ ਲੋਕ ਫਿਰਕਾਪ੍ਰਸਤੀ ਦੇਸ਼ ਦੇ ਅੰਦਰ ਫੈਲਾ ਰਹੇ ਨੇ। ਅੱਜ ਇਹ ਗੁਆਂਢੀ ਦੇਸ਼ਾਂ ਦੇ ਨਾਲ ਅੱਜ ਤੁਸੀਂ ਦੇਖੋ ਇਹਨਾਂ ਦਾ ਮੈਂ ਸਮਝਦਾ ਅਖਬਾਰਾਂ ਚੱਕ ਕੇ ਦੇਖ ਲਓ ਇਹਨਾਂ ਦਾ ਵਰਤਾਓ ਦੇਖੋ ਇਹਨਾਂ ਦਾ ਰਵੱਈਆ ਦੇਖੋ ਇਹਨਾਂ ਦੀ ਸੋਚ ਦੇਖੋ ਇਹਨਾਂ ਦੀ ਕਹਿਣੀ ਤੇ ਕਰਨੀ ਦੇਖੋ ਤੇ ਲੋਕ ਸਭ ਸਮਝਦੇ ਨੇ ਕਿ ਅੱਜ ਭਾਜਪਾ ਕਿੱਥੇ ਖੜੀ ਹੈ ਅੱਜ ਭਾਜਪਾ ਦੀ ਕਾਰਗੁਜ਼ਾਰੀ ਕੀ ਹੈ। ਅੱਜ ਮੈਂ ਸਮਝਦਾ ਕਾਂਗਰਸ ਪਾਰਟੀ ਦੇ ਨੇਤਾ ਨੂੰ ਦੁੱਖ ਹੈ ਦਰਦ ਹੈ ਦੇਸ਼ ਦੇ ਲਈ। ਇਸ ਕਰਕੇ ਚਾਹੇ ਰਾਹੁਲ ਗਾਂਧੀ ਜੀ ਨੇ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਦੇ ਅੰਦਰੋਂ ਦਰਦ ਬੋਲਦਾ ਦੇਸ਼ ਦਾ ਦਰਦ ਬੋਲਦਾ। ਦੇਖੋ ਜੇ ਕੇਂਦਰ ਸਰਕਾਰ ਨੇ ਕਹਿੰਦੇ ਅਸੀਂ ਖੁੱਲੀ ਛੁੱਟੀ ਦੇ ਦਿੱਤੀ ਆ। ਪਹਿਲਾਂ ਕਿਸੇ ਸਰਕਾਰਾਂ ਨੇ ਖੁੱਲੀ ਛੁੱਟੀ ਨਹੀਂ ਦਿੱਤੀ ਸੀ। ਅਸੀਂ 500 ਕਰੋੜ ਰੁਪਈਆ ਹੁਣ ਦੁਬਾਰਾ ਐਮਰਜੈਂਸੀ ਫੰਡ ਵੀ ਦੇ ਦਿੱਤਾ ਔਰ ਦੂਜੀਆਂ ਸਰਕਾਰਾਂ ਨੇ ਤੁਸੀਂ ਲੰਬੇ ਸਮਾਂ ਇਸ ਦੇਸ਼ ਤੇ ਰਾਜ ਕੀਤਾ ਤੇ ਤੁਸੀਂ ਕੀ ਕੀਤਾ? ਉਹ ਕਹਿੰਦੇ ਇਹਨਾਂ ਨੇ ਤਾਂ 20,000 ਕਰੋੜ ਵੀ ਦੇ ਦਿੱਤਾ ਜੀ। ਇਹ ਜਿਹੜੇ ਖਿਆਲੀ ਪੁਲਾਓ ਪਕਾਉਂਦੇ ਨੇ
ਇਹ ਦੇਸ਼ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ। ਆ ਜਿਹੜੇ ਇਹਨਾਂ ਨੂੰ ਪੁੱਛੋ 10 ਦਿਨ ਹੋ ਗਏ ਤੇ ਅੰਤਰਰਾਸ਼ਟਰੀ ਮਾਰਕੀਟ 'ਚ ਤੇਲ ਦੇ ਰੇਟ ਕੀ ਨੇ, ਅੱਜ ਲੋਕਾਂ ਨੂੰ ਤੇਲ ਕਿਸ ਪਾ ਪੈ ਰਿਹਾ ਹੈ। ਅੱਜ 10 ਰੁਪਏ ਲੀਟਰ ਤੱਕ ਰੇਟ ਵਧਾ ਦਿੱਤਾ ਇਹਨਾਂ ਨੇ 10 ਦਿਨਾਂ ਦੇ ਅੰਦਰ। ਤੇ ਅੱਜ ਇਹ ਕਿਉਂ, ਜਦ ਤੇਲ ਦਾ ਰੇਟ ਵੱਧਦਾ ਤਾਂ ਦੇਸ਼ 'ਚ ਮਹਿੰਗਾਈ ਵੱਧਦੀ ਹੈ, ਹਰ ਇੱਕ ਪ੍ਰੋਡਕਟ ਤੇ ਅਸਰ ਹੁੰਦਾ ਹੈ। ਤੇ ਇਹਨਾਂ ਨੂੰ ਦੇਸ਼ ਦੀ ਕੋਈ ਚਿੰਤਾ ਨਹੀਂ। ਇਹਨਾਂ ਤੋਂ ਅਸੀਂ ਕੀ ਆਸ ਕਰ ਸਕਦੇ ਹਾਂ ਕਿ ਸਾਨੂੰ ਗੁਆਂਢੀ ਦੇਸ਼ਾਂ ਤੋਂ ਬਚਾਉਣਗੇ ਜਾਂ ਦੇਸ਼ ਦਾ ਸਿਰ ਉੱਚਾ ਕਰ ਸਕਣਗੇ। ਇਹਨਾਂ ਲੋਕਾਂ ਨੇ ਅੱਜ ਮੈਂ ਸਮਝਦਾ ਜੋ ਦੇਸ਼ ਦਾ ਅੱਜ ਤੁਸੀਂ ਅੰਤਰਰਾਸ਼ਟਰੀ ਮਾਰਕੀਟ 'ਚ ਤੇਲ ਦਾ ਰੇਟ ਦੇਖੋ ਤੇ ਅੱਜ ਦੇਖੋ ਇਹਨਾਂ ਨੇ ਰੇਟ ਕੀ ਕੀਤਾ। ਡਾਕਟਰ ਮਨਮੋਹਨ ਸਿੰਘ ਦੇ ਸਮੇਂ $109 ਦਾ ਬੈਰਲ ਸੀ ਤਾਂ ਤੇਲ 74 ਰੁਪਏ ਲੀਟਰ ਹੋ ਗਿਆ ਸੀ ਤੇ ਅੱਜ 34 ਰੁਪਏ ਦਾ ਉਹ ਬੈਰਲ ਹੈ, ਜਿਹੜਾ ਉਹਦਾ $34 ਦਾ ਬੈਰਲ ਹੈ। ਤੇ ਅੱਜ ਰੇਟ ਹੋਣਾ ਚਾਹੀਦਾ 30 ਰੁਪਏ 35 ਰੁਪਏ। ਤੇ ਅੱਜ ਦੇਖੋ ਤੁਸੀਂ ਪੈਟਰੋਲ ਦਾ ਕੀ ਰੇਟ ਹੈ, ਡੀਜ਼ਲ ਦਾ ਕੀ ਰੇਟ ਹੈ। ਤੇ ਇਹਦੇ ਨਾਲ ਪੂਰੇ ਦੇਸ਼ ਦੇ ਅੰਦਰ ਇੱਕ ਅਫਰਾ ਤਫਰੀ ਦਾ ਮਾਹੌਲ ਪੈਦਾ ਕੀਤਾ ਪਿਆ ਇਹਨਾਂ ਨੇ। ਤੇ ਇਹ ਗੁਆਂਢੀਆਂ ਨੂੰ ਨਜਿੱਠਣ ਦਾ ਜਾਂ ਹੋਰ ਕਿੰਨੇ ਮਸਲੇ ਨੇ ਦੇਸ਼ ਦੇ ਲਈ, ਇਹ ਕੀ ਰੋਲ ਅਦਾ ਕਰਨਗੇ। ਜਿਹੜੇ ਇੱਕ ਤੇਲ ਦੀਆਂ ਕੀਮਤਾਂ ਰੋਜ਼ਾਨਾ ਜਦੋਂ ਸੂਰਜ ਚੜ੍ਹਦਾ ਤੇ ਇਹਨਾਂ ਦਾ ਅਖਬਾਰ ਦੇ ਫਰੰਟ ਪੇਜ ਤੇ ਲੱਗਿਆ ਹੁੰਦਾ ਕਿ ਅੱਜ 90 ਪੈਸੇ ਵਧਾਤਾ, 1.5 ਰੁਪਇਆ ਵਧਾਤਾ, 1.25 ਰੁਪਇਆ ਵਧਾਤਾ। ਇਹ ਕੀ ਕਰ ਰਹੇ ਨੇ, ਇਹ ਦੇਸ਼ ਦੇ ਪ੍ਰਤੀ ਕੀ ਕਰ ਰਹੇ ਨੇ। ਇਹ ਜਦੋਂ ਵਿਖਾਵੇ ਕਰਦੇ ਸੀ ਜਦ ਤੇਲ 52 ਰੁਪਏ ਲੀਟਰ ਸੀ ਤਾਂ ਸਿਮਰਤੀ ਇਰਾਨੀ ਸੜਕਾਂ ਤੇ ਆ ਕੇ ਵਿਖਾਵੇ ਕਰਦੀ ਸੀ ਜਦ 52 ਰੁਪਏ ਲੀਟਰ ਹੋਇਆ ਸੀ ਸਾਡੀ ਸਰਕਾਰ ਵੇਲੇ। ਤੇ ਅੱਜ 80 ਰੁਪਏ। ਅੱਜ ਇਹਨਾਂ ਨੂੰ ਕਿਉਂ ਨਹੀਂ ਦੇਸ਼ ਦੇ ਲੋਕਾਂ ਦਾ ਫਿਕਰ ਹੈ। ਦੇਸ਼ ਪੁੱਛ ਰਿਹਾ, ਲੋਕ ਵੀ ਪੁੱਛ ਰਿਹਾ। ਜਿਹੜਾ ਜੋ ਚੀਜ਼ਾਂ ਜਦੋਂ ਵਧੀਆਂ ਸੀਗੀਆਂ ਉਦੋਂ ਪਿਆਜ਼ ਦਾ ਰੇਟ ਵੀ 100 ਰੁਪਏ ਹੋਇਆ ਸੀ ਜਦੋਂ ਸਰਕਾਰਾਂ ਗਿਰੀਆਂ ਸੀ, ਇਹ ਬੜਾ ਕੁਝ ਹੋਇਆ। ਲੇਕਿਨ ਇਹ ਆ ਵੀ ਅੱਜ ਸਾਡਾ ਮੇਨ ਜਿਹੜਾ ਮੁੱਦਾ ਹੈ ਉਹ ਚਾਈਨਾ ਔਰ ਇੰਡੀਆ ਦੀ ਸਰਹੱਦਾਂ ਨੂੰ ਲੈ ਕੇ ਆ ਵੀ ਚੀਨ ਜਿਹੜੇ ਦੂਜੇ ਗੁਆਂਢੀ ਦੇਸ਼ ਆ, ਅਸੀਂ ਦਗਾਬਾਜ਼ ਚੀਨ ਦੇਸ਼ ਨੂੰ ਕਹਿੰਦੇ ਆ ਵੀ ਉਹਨੇ ਦਗਾ ਕਰਕੇ ਸਾਡੇ ਜਵਾਨਾਂ ਨੂੰ ਸ਼ਹਾਦਤ ਦਿੱਤੀ ਆ। ਇਸ ਕਰਕੇ ਅਸੀਂ ਜਿਹੜਾ ਇਹ ਉਹੀ ਨੇ ਜਿਨ੍ਹਾਂ ਨੇ 3000 ਕਰੋੜ ਦੀ ਮੂਰਤੀ ਚਾਈਨਾ ਤੋਂ ਬਣਵਾਈ ਹੈ। ਤੇ ਸਾਡੇ ਦੇਸ਼ 'ਚ ਕੋਈ ਕਾਰੀਗਰ ਨਹੀਂ ਸੀ, ਸਾਡੇ ਦੇਸ਼ 'ਚ ਨਹੀਂ ਸੀ ਬਣਾਈ ਜਾ ਸਕਦੀ। 3000 ਕਰੋੜ ਰੁਪਏ ਚਾਈਨਾ ਨੂੰ ਦਿੱਤਾ। ਆ ਉਧਰੋਂ ਚਾਈਨਾ ਦੇ ਨਾਲ ਸਾਡਾ ਬਾਰਡਰ ਦੇ ਕੀ ਹਾਲ ਹੈ। ਤੇ ਆ ਹਫ਼ਤਾ ਪਹਿਲਾਂ ਇਹ ਉਹਨਾਂ ਨਾਲ ਸਾਈਨ ਕਰ ਰਹੇ ਨੇ, ਬੜੇ ਵੱਡੇ ਠੇਕੇ ਦੇ ਰਹੇ ਨੇ। ਤੇ ਬੀਜੇਪੀ ਦੀ ਗਵਰਨਮੈਂਟ ਕੀ ਕਰ ਰਹੀ ਹੈ। ਖਿਮਾ ਚਾਹਨਾ ਤੁਹਾਨੂੰ ਰੋਕ ਰਿਹਾ। ਇੱਕ ਸਾਡੇ ਨੀਰਜ ਜੀ ਬੈਠੇ ਪੈਨਲ 'ਚ, ਉਹ ਕਹਿੰਦੇ ਮੈਂ ਸਵਾਲ ਪੁੱਛਣਾ ਬਾਬਾ ਜੀ ਨੂੰ, ਇੱਕ ਮਿੰਟ ਸੁਣ ਲਓ। ਮੈਂ ਗੱਲ ਪੁੱਛਣਾ ਚਾਹੁੰਦਾ ਮਹਿਰਾ ਸਾਹਿਬ ਜੀ, ਇਹ ਉਹ ਕਾਂਗਰਸ ਹੈ ਜਦੋਂ JNU ਦੇ ਅੰਦਰ ਉੱਥੇ ਨਾਰੇ ਲੱਗ ਰਹੇ ਸੀ भारत देश के टुकड़े टुकड़े होंगे, अब चल तेरे कातिल है, हम शर्मिंदा है। ਉਹਨੂੰ ਸਰਦਾਰੀ ਦੇਣ ਲਈ, ਉਹਨੂੰ ਸ਼ਾਬਾਸ਼ ਦੇਣ ਲਈ ਇਹਨਾਂ ਦਾ ਜਿਹੜਾ ਸੁਪਰੀਮੋ ਬਣਿਆ ਫਿਰਦਾ ਉਹ ਉੱਥੇ JNU ਦੇ ਵਿੱਚ ਜਾ ਕੇ ਉਹਨਾਂ ਨੂੰ ਸ਼ਾਬਾਸ਼ੀ ਦੇ ਰਿਹਾ ਵੀ ਦੇਸ਼ ਵਿਰੋਧੀ ਨਾਰੇ ਲਾਓ। ਇਹ ਉਹ ਕਾਂਗਰਸ ਹੈ, ਇਹ ਉਹ ਕਾਂਗਰਸ ਹੈ ਜਿਹਨੇ ਇਹ ਕਾਂਗਰਸ ਉਹ ਕਾਂਗਰਸ ਹੈ ਜਿਹਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਫਿਕਰ ਹੈ। ਜਿਹੜੀ ਕਾਂਗਰਸ ਦੇਸ਼ ਨੂੰ ਇਕਜੁੱਟ ਰੱਖ ਸਕਦੀ ਹੈ ਤੇ ਰੱਖਿਆ। ਤੇ ਅੱਜ ਜਦੋਂ ਦੀ ਬੀਜੇਪੀ ਦੀ ਗਵਰਨਮੈਂਟ ਆਈ ਹੈ ਦੇਸ਼ ਦੇ ਅੰਦਰ ਫਿਰਕਾ ਪ੍ਰਸਤੀ ਦਾ ਬੋਲਬਾਲਾ ਹੋਇਆ। ਇਹ ਸਾਡਾ ਦੇਸ਼ ਅਨੇਕਾਂ ਧਰਮਾਂ, ਅਨੇਕਾਂ ਜਾਤੀਆਂ, ਅਨੇਕਾਂ ਪਹਿਰਾਵਿਆਂ, ਅਨੇਕਾਂ ਭਾਸ਼ਾਵਾਂ ਦਾ ਸਮੂਹ ਹੈ। ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਜੇ ਕਿਸੇ ਨੂੰ ਦਰਦ ਹੈ, ਫਿਕਰ ਹੈ ਤਾਂ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਅੱਜ ਇਹਨਾਂ ਲੋਕਾਂ ਨੇ ਇੱਕ ਫਿਰਕੇ ਦੇ ਲੋਕਾਂ ਦੀ ਸਿਆਸਤ ਕਰਕੇ ਦੇਸ਼ ਤੇ ਰਾਜ ਕਰਦੀਆਂ ਭਾਜਪਾ ਕਰ ਰਹੀ ਹੈ। ਅੱਜ ਇਹਨਾਂ ਤੋਂ ਦੇਸ਼ ਨੂੰ ਬਚਾਉਣ ਦੀ ਲੋੜ ਹੈ। ਹਾਂਜੀ ਬਾਬਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਸਾਡੇ ਨਾਲ ਜੁੜਨ ਦਾ। ਥੈਂਕ ਯੂ। ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਉਹਨਾਂ ਦਾ ਨੀਰਜ ਜੀ ਦਾ ਪੂਰਾ ਸਵਾਲ ਤੁਸੀਂ ਜਵਾਬ ਦੇ ਦਿਓ। ਹਾਂਜੀ, ਮੈਂ ਦਿੱਲੀ ਦੇ ਵਿੱਚ ਜਿਹੜੀ ਗੱਲ ਕਰ ਰਹੇ ਸੀ, ਬਾਕੀ ਆਪਾਂ ਉਹ ਮੁੱਦਾ ਉਧਰਲੇ ਪਾਸੇ ਨਹੀਂ ਲਿਜਾਣਾ। ਆਪਾਂ ਪਹਿਲਾਂ ਭਾਰਤ ਔਰ ਚਾਈਨਾ ਦਾ ਜਿਹੜਾ ਵਿਵਾਦ ਚੱਲਿਆ, ਜਿਹੜੇ ਟਵੀਟ ਕੀਤੇ ਆ, ਜਿਹੜਾ ਭਾਰਤ ਮੰਤਰੀ ਨੇ ਉਹਦੇ ਬਾਰੇ ਗੱਲ ਚੱਲ ਰਹੀ, ਉਹਦੇ ਬਾਰੇ ਹੀ ਆਪਾਂ ਉੱਤੇ ਹੀ ਰੱਖਾਂਗੇ। ਹਾਂਜੀ ਦੇਖੋ ਜੀ, ਆਪਾਂ ਅੱਜ ਮੁੱਦੇ ਦੀ ਗੱਲ ਤੇ ਹੀ ਗੱਲ ਕਰਦੇ ਹਾਂ ਜੀ। ਜਦੋਂ ਝੜਪ ਹੋਈ ਆ ਜੀ, ਚਾਈਨਾ ਨੇ ਜੀ ਸਾਡੇ 20 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਜੀ। ਮੈਂ ਇੱਕ ਬਿਲਕੁਲ ਪੁਆਇੰਟ ਟੂ ਪੁਆਇੰਟ ਗੱਲ ਕਰਨੀ ਆ ਆਪਾਂ ਜੀ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੀ ਅਖਬਾਰ ਚੱਕੋ ਦੇਖੋ, ਜਦੋਂ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਆ ਉਹਦੇ ਵਿੱਚ ਕੀ ਕਹਿ ਕੇ ਉਹਨਾਂ ਨੇ ਸੰਬੋਧਨ ਕੀਤਾ ਜੀ। 50 ਦਿਨ ਦੇ ਉੱਤੋਂ
ਲਗਭਗ ਵਾਦ ਵਿਵਾਦ ਚੱਲ ਰਿਹਾ ਸੀਗਾ। ਇਹ ਅਚਾਨਕ ਨਹੀਂ ਹੋਇਆ, ਲਗਾਤਾਰ 50 ਦਿਨ ਹੋ ਗਏ ਸੀਗੇ ਜਿਹੜੇ ਹਿੰਸਾ ਦਾ ਮਾਹੌਲ ਬਣਦਿਆਂ ਨੂੰ। ਤਕਰੀਬਨ 900 ਦੇ ਲਗਭਗ ਫੌਜੀ ਦੋਨਾਂ ਦੇਸ਼ਾਂ ਦੇ ਆਮੋ ਸਾਹਮਣੇ ਹੋ ਕੇ ਝੜਪਾਂ ਹੋਈਆਂ ਨੇ ਜੀ। ਉਹਦੇ ਵਿੱਚ ਜਿਹੜਾ ਇਹਨਾਂ ਨੇ ਸਰਬ ਪਾਰਟੀ ਮੀਟਿੰਗ ਦੇ ਵਿੱਚ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਚੀਨ ਦਾ ਕੋਈ ਵੀ ਸੈਨਿਕ ਆ ਜਿਹੜਾ ਜੀ ਉਹ ਨਾ ਤਾਂ ਭਾਰਤ ਦੀ ਸਰਹੱਦ ਦੇ ਅੰਦਰ ਦਾਖਲ ਹੋਇਆ ਤੇ ਨਾ ਹੀ ਕੋਈ ਕਬਜ਼ਾ ਕੀਤਾ ਜੀ। ਹੁਣ ਮੈਂ ਇੱਥੇ ਸਵਾਲ ਕਰਨਾ ਚਾਹੁੰਦਾ ਜੀ ਕਿ ਦੇਖੋ ਸਾਡੇ ਜਿਹੜੇ ਹਿੰਦੁਸਤਾਨ ਦਾ ਇਹ ਇਤਿਹਾਸ ਰਿਹਾ ਕਿ ਸਾਡੇ ਮੁਲਕ ਦਾ ਕੋਈ ਵੀ ਫੌਜੀ ਚਾਹੇ ਭਾਵੇਂ ਕੋਈ ਵੀ ਸਰਕਾਰਾਂ ਹੋਣ, ਹਿੰਦੁਸਤਾਨ ਨੇ ਭਾਰਤ ਦੀ ਮਿਲਟਰੀ ਨੇ ਕਦੇ ਵੀ ਪਹਿਲ ਨਹੀਂ ਕੀਤੀ ਕਿਸੇ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਦਾਖਲ ਹੋਣ ਦੀ। ਪਰ ਇਹ ਗੱਲ ਜ਼ਰੂਰ ਆ ਕਿ ਕਿਸੇ ਦੇਸ਼ ਨੇ ਪਹਿਲ ਕੀਤੀ ਆ ਤਾਂ ਉਹਦਾ ਜਵਾਬ, ਇੱਟ ਦਾ ਜਵਾਬ ਪੱਥਰ ਨਾਲ ਸਾਡੀ ਮਿਲਟਰੀ ਹਮੇਸ਼ਾ ਦਿੰਦੀ ਰਹੀ ਆ ਤੇ ਦੇਣ ਦੇ ਸਮਰੱਥ ਵੀ ਆ ਜੀ। ਪਰ ਦੂਜੀ ਗੱਲ ਇਹ ਨਾਲ ਦੇਖਿਓ ਕਿ ਪ੍ਰਧਾਨ ਮੰਤਰੀ ਜੀ ਨੇ ਇਹ ਗੱਲ ਕਹਿਤੀ ਕਿ ਚੀਨ ਦਾ ਕੋਈ ਵੀ ਸੈਨਿਕ ਭਾਰਤ ਦੀ ਸਰਹੱਦ ਦੇ ਵਿੱਚ ਦਾਖਲ ਨਹੀਂ ਹੋਇਆ ਤੇ ਉਧਰ ਚਾਈਨਾ ਵਾਲੇ ਕਹਿ ਰਹੇ ਨੇ ਕਿ ਜੋ ਸਰਹੱਦਾਂ ਦੀ ਉਲੰਘਣਾ ਕੀਤੀ ਗਈ ਆ ਭਾਰਤੀ ਫੌਜ ਦੇ ਵੱਲੋਂ ਕੀਤੀ ਗਈ ਆ। ਹੁਣ ਤੁਸੀਂ ਮੈਨੂੰ ਦੱਸੋ ਕਿ ਜੋ ਨਰਿੰਦਰ ਮੋਦੀ ਜੀ ਨੇ ਬਿਆਨ ਦਿੱਤਾ ਇਹ ਫੌਜ ਦਾ ਹੌਸਲਾ ਵਧਾਉਣ ਵਾਲਾ ਸੀ ਤਾਂ ਹੌਸਲਾ ਤੋੜਨ ਵਾਲਾ ਸੀਗਾ। ਇਹਨਾਂ ਨੇ ਬਿਆਨ ਦੇ ਕੇ ਕਿਤੇ ਨਾ ਕਿਤੇ ਸਾਡੀ ਜਿਹੜੀ ਮਿਲਟਰੀ ਨੂੰ ਕਟਹਿਰੇ 'ਚ ਖੜੇ ਕਰਨ ਦਾ ਯਤਨ ਕੀਤਾ। ਇਹ ਅਨਪੜ੍ਹਤਾ ਦਾ ਸਬੂਤ ਆ। ਉਸ ਤੋਂ ਬਾਅਦ ਤੁਸੀਂ ਹੋਰ ਅੱਗੇ ਆ ਜਾਓ ਕਿ ਜੋ ਇਹ ਗੱਲ ਕਰਦੇ ਆ ਅੱਜ ਦੇ ਮੁੱਦੇ ਦੀ ਗੱਲ ਆ ਕਿ ਰਾਹੁਲ ਗਾਂਧੀ ਜੀ ਦੇਖੋ ਲੋਕਤੰਤਰ ਆ, ਲੋਕਤੰਤਰ ਦੇ ਵਿੱਚ ਕਿਸੇ ਨੂੰ ਵੀ ਸਵਾਲ ਕਰਨਾ, ਕੋਈ ਵੀ ਆਪਾਂ ਕਹਿ ਲਈਏ ਖੁੱਲ ਕੇ ਗੱਲ ਕਰਨੀ ਆਪਾਂ ਨੂੰ ਇਹ ਹੱਕ ਆ ਜੀ। ਇਹ ਉਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਕਿ ਜਦੋਂ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀਗੇ ਦੇਸ਼ ਦੇ ਤਾਂ ਉਸ ਵੇਲੇ ਇਹ ਇਹਨਾਂ ਨੂੰ ਮੌਨ ਸਿੰਘ ਕਹਿੰਦੇ ਹੁੰਦੇ ਸੀ, ਹੋਰ ਭੱਦੀਆਂ ਟਿੱਪਣੀਆਂ ਕਰਦੇ ਹੁੰਦੇ ਸੀ। ਉਸ ਵੇਲੇ ਇਹਨਾਂ ਦੀ ਮਰਜ਼ਾਦਾ ਕਿੱਥੇ ਗਈ ਸੀਗੀ। ਨੰਬਰ 2 ਦੇ ਉੱਤੇ ਹੋਰ ਗੱਲ ਤੇ ਅੱਗੇ ਆ ਜਾਓ ਤੁਸੀਂ ਕਿ ਅੱਜ ਜਿਹੜੀ ਗੱਲ ਹੈਗੀ ਹੈ, ਦੇਖੋ ਇਹ ਗੱਲ ਕਲੀਅਰ ਆ ਕਿ ਭਾਰਤ ਦੀ ਫੌਜ ਅੱਜ ਜੋ ਸਾਡੇ 20 ਜਵਾਨ ਸ਼ਹੀਦ ਹੋਏ ਨੇ, ਅੱਜ ਤਾਂ ਇਹਨਾਂ ਨੇ ਖੁੱਲ੍ਹ ਛੁੱਟੀ ਦੇਤੀ ਜੀ। ਅੱਜ ਇਹਨਾਂ ਨੂੰ ਉਹ ਇਖਤਿਆਰ ਕਿੱਥੋਂ ਮਿਲਿਆ ਖੁੱਲ੍ਹ ਛੁੱਟੀ ਦੇਣ ਦਾ ਜਿਹੜੇ ਸਮਝੌਤਿਆਂ ਦੀ ਗੱਲ ਕਰਦੇ ਆ ਕਿ ਜਦੋਂ 50 ਦਿਨਾਂ ਦਾ ਮਾਹੌਲ ਲੜਾਈ ਵਾਲਾ ਪੈਦਾ ਹੋ ਰਿਹਾ ਸੀ ਤਾਂ ਉਹ ਜਿਹੜੀਆਂ ਝੜਪਾਂ 3 ਵਾਰ ਲੱਗੀਆਂ ਨੇ। ਜਦੋਂ ਪਤਾ ਕਿ ਚਾਈਨਾ ਸਾਡੇ ਦੇਸ਼ ਦੇ ਅੰਦਰ ਦਾਖਲ ਹੋ ਕੇ ਸਾਡੇ ਸੈਨਾ ਦੇ ਉੱਤੇ ਹਮਲਾ ਕਰ ਰਿਹਾ, ਉਸ ਵੇਲੇ ਸਰਕਾਰ ਦਾ ਫਰਜ਼ ਸੀਗਾ ਕਿ ਫੌਜ ਨੂੰ ਉਸ ਵੇਲੇ ਖੁੱਲ੍ਹ ਛੁੱਟੀ ਦਿੰਦੇ। ਤਾਂ ਅੱਜ ਮੈਂ ਦਾਅਵੇ ਨਾਲ ਕਹਿਣਾ ਕਿ ਸਾਡੇ ਅੱਜ ਮੈਨੂੰ ਮਾਣ ਆ ਸਾਡੀ ਭਾਰਤ ਦੀ ਮਿਲਟਰੀ ਉੱਤੇ, ਫੌਜ ਦੇ ਉੱਤੇ ਕਿ ਅੱਜ ਸਾਡੇ 20 ਜਵਾਨ ਸ਼ਹੀਦ ਨਹੀਂ ਹੋਣੇ ਸੀਗੇ। ਅੱਜ ਇਹ ਹਾਲਾਤ ਚਾਈਨਾ ਦੇ ਦੂ ਵੀ ਵੱਡੇ ਹੋਣੇ ਸੀਗੇ। ਉਹਨਾਂ ਦੇ ਆਪਾਂ ਕਹਿੰਦੇ ਜੋ ਵੀ ਆਪਣੀ ਸਰਹੱਦ ਦੀ ਉਲੰਘਣਾ ਕਰਕੇ ਭਾਰਤ ਦੇ ਵਿੱਚ ਦਾਖਲ ਆਏ ਹੋਏ ਸੀਗੇ ਉਹ ਇੱਕ ਵੀ ਵਾਪਸ ਨਹੀਂ ਜਾਣਾ ਸੀਗਾ। ਜੇ ਸਰਕਾਰ ਨੇ ਸਹੀ ਸਮੇਂ ਦੇ ਉੱਤੇ ਸਹੀ ਡਿਸੀਜਨ ਲਿਆ ਹੁੰਦਾ ਤੇ ਸਰਕਾਰ ਵਾਲੀ ਭੂਮਿਕਾ ਨਿਭਾਈ ਹੁੰਦੀ। ਮੈਂ ਕਹਿੰਦਾ ਬੁਰੀ ਤਰ੍ਹਾਂ ਫੇਲ ਹੋਏ ਨੇ। ਜੋ ਆਪਾਂ ਬਿਆਨਾਂ ਦੀ ਗੱਲ ਕਰ ਲਈਏ, ਬਿਆਨਾਂ ਦੀ ਤੁਲਨਾ ਕਰਕੇ ਦੇਖ ਲਓ ਨਰਿੰਦਰ ਮੋਦੀ ਦਾ ਤੇ ਚਾਈਨਾ ਵਾਲਿਆਂ ਦਾ, ਕੀ ਇਹ ਜਿਹੜੀ ਸੈਨਾ ਉਤਸ਼ਾਹ ਦੇਣ ਵਾਲੇ ਨੇ। ਇੱਕ ਮਾਫੀ ਚਾਹੁੰਦਾ, ਸਾਡੇ ਨਾਲ ਜੁੜ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ, ਪੰਜਾਬ ਦੇ ਜਨਰਲ ਸਕੱਤਰ ਵਾਈਸ ਪ੍ਰੈਜ਼ੀਡੈਂਟ ਨੇ ਪ੍ਰਵੀਨ ਬਾਂਸਲ ਜੀ। ਬਾਂਸਲ ਸਾਹਿਬ ਮੇਰਾ ਆਵਾਜ਼ ਸੁਣ ਰਹੇ ਜੀ? ਹਾਂਜੀ ਸੁਣਦੀ ਹੈ। ਬਹੁਤ ਬਹੁਤ ਵੈਲਕਮ ਆ ਜੀ ਪੈਨਲ ਦੇ ਵਿੱਚ ਤੁਹਾਡਾ। ਬਾਂਸਲ ਸਾਹਿਬ ਮੇਨ ਅੱਜ ਮੁੱਦਾ ਇਹ ਆ ਵੀ ਸਾਡਾ ਜਿਹੜਾ ਚੀਨ ਤੇ ਭਾਰਤ ਦਾ ਵਿਵਾਦ ਚੱਲ ਰਿਹਾ ਸਰਹੱਦਾਂ ਤੇ, ਲੇਕਿਨ ਉਸ ਤੋਂ ਵੱਧ ਵਿਵਾਦ ਇਸ ਵੇਲੇ ਸਿਆਸੀ ਵਿਵਾਦ ਸ਼ੁਰੂ ਹੋ ਚੁੱਕਾ ਹੈ। ਜਿਹੜੀ ਸਿਆਸੀ ਇਸ ਵੇਲੇ ਗਰਮਾ ਕੇ ਇੱਕ ਦੂਜੇ ਤੇ ਬਾਰ ਪਲਟਵਾਰ ਦੀ ਰਾਜਨੀਤੀ ਹੋ ਰਹੀ ਹੈ। ਖਾਸ ਕਰਕੇ ਜਿੱਦਾਂ ਹੁਣ ਪਿੱਛੇ ਰਾਹੁਲ ਗਾਂਧੀ ਨੇ ਟਵੀਟ ਕੀਤਾ, ਉਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ ਲਿਖਿਆ ਵੀ ਸਾਡੇ ਜਿਹੜੇ ਦੇਸ਼ ਦੇ ਉੱਤੇ ਇਹ ਬਹੁਤ ਜਿਹੜੀ ਆਫਤਾ ਹੈ ਉਹਦੇ ਵਿੱਚ ਇੱਕ ਜੁਟਤਾ ਚਾਹੀਦੀ ਹੈ। ਕੀ ਸਮਝਦੇ ਹੋ ਵੀ ਜੋ ਬਿਆਨ ਦਿੱਤੇ ਰਾਹੁਲ ਜੀ ਨੇ ਵੀ ਮੋਦੀ ਸਾਹਿਬ ਬਾਰੇ ਤੇ ਆਪਣਾ ਹੋਰ ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਜੀ, ਰਾਹੁਲ ਜੀ ਇੱਕ ਸਿੰਪਲ ਮੈਂਬਰ ਪਾਰਲੀਮੈਂਟ ਰਹੇ ਹੈ ਔਰ ਉਹ ਵੀ ਕਿਸਮਤ ਨਾਲ ਬਣ ਗਏ ਵੀ ਬਾਪ ਦੇ ਰਾਜਨੀਤੀ ਸੀ ਪਰ ਕਿਸਮਤ ਨਾਲ ਬਣ ਗਏ। ਅਦਰਵਾਈਜ਼ ਜਿਸ ਤਰ੍ਹਾਂ ਦੀ ਮੈਚਿਓਰਿਟੀ ਰਾਹੁਲ ਗਾਂਧੀ ਹੈਗੀ ਹੈ, ਉਹਨਾਂ ਦਾ ਇਤਿਹਾਸ ਹੈ, ਫੈਮਿਲੀ ਉਹਨਾਂ ਦੀ ਰਾਜਨੀਤੀ 'ਚ ਉਹਨਾਂ ਨੂੰ ਕੋਈ ਮਹੱਲੇ ਦਾ ਪ੍ਰਧਾਨ ਨਾ ਬਣਾਵੇ। ਹੈਲੋ ਜੀ ਸੋਨਾ ਜੀ, ਜਿਸ ਤਰ੍ਹਾਂ ਦੀ ਉਹਨਾਂ ਦੀ ਮੈਚਿਓਰਿਟੀ ਲੈਵਲ ਹੈ, ਉਹਨਾਂ ਨੂੰ ਕੋਈ ਮਹੱਲੇ ਦਾ ਪ੍ਰਧਾਨ ਨਾ ਬਣਾਵੇ। ਇਹ ਤਾਂ ਕਿਸਮਤ ਚੰਗੀ ਹੈ ਵੀ ਕਿਉਂਕਿ ਉਹ ਸੋਨੀਆ ਗਾਂਧੀ ਤੇ ਮਰਹੂਮ ਲੀਡਰ ਰਾਜੀਵ ਗਾਂਧੀ ਜੀ ਦੇ ਬੇਟੇ ਹੈ, ਇਸ ਲਈ ਸਿਰਫ ਮੈਂਬਰ ਪਾਰਲੀਮੈਂਟ ਬਣ ਗਏ। ਨੰਬਰ 1। ਨੰਬਰ 2, ਕਾਂਗਰਸ ਦੀ ਜਿੱਥੇ ਆਪਾਂ ਗੱਲ ਕਰੀਏ, ਉਹਨਾਂ ਨੇ ਹਮੇਸ਼ਾ ਦੇਸ਼ ਤੇ ਦੇਸ਼ ਦੀ ਜਨਤਾ ਦੇ ਖਿਲਾਫ ਹੀ ਆਪਣੀ ਰਾਜਨੀਤੀ ਰੋਟੀਆਂ ਸੇਕੀਆਂ।
ਜੀ ਜਦੋਂ ਵੀ ਦੇਸ਼ ਤੇ ਸੰਕਟ ਆਇਆ, ਖਾਸ ਕਰਕੇ ਓਪੋਜੀਸ਼ਨ ਸਰਕਾਰਾਂ ਵੇਲੇ, ਤਾਂ ਇਹਨਾਂ ਨੇ ਦੇਸ਼ ਦੇ ਦੁਸ਼ਮਣ ਦੇਸ਼ਾਂ ਦੇ ਸਾਥ ਦਿੱਤਾ। ਇਹਨਾਂ ਦੇ ਨੇਤਾਵਾਂ ਦੇ ਬਿਆਨਾਂ ਨੂੰ ਪਾਕਿਸਤਾਨ ਨੇ ਕੋਰਟ ਆਫ ਜਸਟਿਸ ਹੁੰਦੀ ਹੈ ਇੰਟਰਨੈਸ਼ਨਲ, ਉਸ ਤੋਂ ਪ੍ਰੈਜ਼ੈਂਟ ਕੀਤੇ ਸੀ ਔਰ ਬਿਆਨਾਂ ਦਾ ਸਬੂਤ ਪੇਸ਼ ਕੀਤੇ ਸੀ। ਔਰ ਜਦੋਂ ਡੋਕਲਾਮ ਦਾ ਸਾਡਾ ਮਸਲਾ ਸੀ, ਉਦੋਂ ਇਹ ਲੋਕ ਚਾਈਨਾ ਦੇ ਰਾਜਦੂਤਾਂ ਨੂੰ ਮਿਲ ਰਹੇ ਸੀ। ਸੋ ਇਹਨਾਂ ਨੂੰ ਦੇਸ਼ ਨਾਲ ਕੋਈ ਪਿਆਰ ਨਹੀਂ, ਦੇਸ਼ ਦੀ ਆਰਮੀ ਨਾਲ ਕੋਈ ਪਿਆਰ ਨਹੀਂ, ਇਹਨਾਂ ਨੂੰ ਸਿਰਫ ਵੋਟਾਂ ਚਾਹੀਦੀਆਂ ਔਰ ਵੋਟਾਂ ਕਰਕੇ ਇਹ ਕਿਸੇ ਵੀ ਸਤਰ ਤੱਕ ਗਿਰ ਸਕਦੇ ਆ। ਜਿਹੜੇ ਇਹਨਾਂ ਨੇ ਗੱਲ ਕੀਤੀ ਹੈ ਮੋਦੀ ਸਾਹਿਬ ਨੂੰ ਸਰੈਂਡਰ ਮੋਦੀ, ਜਿਸ ਮੋਦੀ ਸਾਹਿਬ ਨੇ ਹਰ ਇੱਕ ਤਰ੍ਹਾਂ ਦੀ ਹਿੰਦੁਸਤਾਨ ਤੇ ਹੋਣ ਵਾਲੀ ਕਾਰਵਾਈ ਦਾ ਬਦਲਾ ਲਿਆ, ਚਾਹੇ ਸਰਜੀਕਲ ਸਟ੍ਰਾਈਕ ਹੈ, 에ਅਰ ਸਟ੍ਰਾਈਕ ਹੈ, ਜਾਂ ਅੱਜ ਜੰਮੂ ਕਸ਼ਮੀਰ ਤੇ ਜਿਸ ਤਰ੍ਹਾਂ ਵੀ ਉਗਰਵਾਦੀਆਂ ਨੂੰ ਸਤਾਇਆ ਹੋ ਰਿਹਾ ਤੇ ਉਹਨੂੰ ਸਰੈਂਡਰ ਮੋਦੀ ਦੱਸ ਰਿਹਾ। ਸਰੈਂਡਰ ਤਾਂ ਇਹਨਾਂ ਨੇ 1962 ਚ ਕੀਤਾ ਸੀ, ਸਰੈਂਡਰ ਚਾਈਨਾ ਦੇ ਪਹਿਲਾਂ ਕਰ ਲਿਆ, ਫਿਰ ਪਾਕਿਸਤਾਨ ਨੂੰ ਕੀਤਾ ਹੋਇਆ ਸੀ, ਫਿਰ ਅਬਦੁੱਲਾ ਫੈਮਿਲੀ ਨੂੰ ਜੰਮੂ ਕਸ਼ਮੀਰ ਤੇ ਕੀਤਾ ਹੋਇਆ ਸੀ। ਸੋ ਇਹਨਾਂ ਨੇ ਸਰੈਂਡਰ ਕੀਤਾ। ਇਹ ਸਰੈਂਡਰ ਮੋਦੀ ਨੇ ਨਰਿੰਦਰ ਮੋਦੀ ਔਰ ਛੱਪੜੀ ਤੇ ਸੀਨੇ ਵਾਲੇ ਮੋਦੀ ਹੈ, ਜਿਨ੍ਹਾਂ ਨੇ ਦੇਸ਼ ਹਿੱਤ ਸਾਰੇ ਫੈਸਲੇ ਲਏ ਔਰ ਅੱਗੇ ਵੀ ਲਵਾਂਗੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਨਾਲ। ਓਕੇ ਜੀ। ਹਾਂਜੀ, ਇੱਕ ਮਿੰਟ ਬਣਾਉਣ ਦਾ ਜਵਾਬ ਲੈਣਾ ਫਿਰ ਤੁਹਾਡੇ ਕੋਲ ਨੀਰਜ ਜੀ। ਹਾਂਜੀ, ਤੁਸੀਂ ਸੁਣਿਆ ਹੋਣਾ ਪ੍ਰਵੀਨ ਬਾਂਸਲ ਜੀ ਨੂੰ, ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਸਰੈਂਡਰ ਕਰਨ ਵਾਲੇ ਸਾਡੇ ਪ੍ਰਧਾਨ ਮੰਤਰੀ ਨਹੀਂ ਹੈ। ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਜੀ ਕਿ ਦੇਖੋ, ਸਰਹੱਦਾਂ ਦੀ ਰਾਖੀ ਹੈ ਜਿਹੜੀ ਸਾਡੀ ਫੌਜ ਕਰਦੀ ਆ ਜੀ, ਸ਼ਹੀਦ ਸਾਡੇ ਜਵਾਨ ਹੁੰਦੇ ਨੇ ਜੀ, ਸਾਡੇ 20 ਜਵਾਨ ਸ਼ਹੀਦ ਹੋ ਗਏ ਜੀ। ਉਸ ਤੋਂ ਬਾਅਦ ਮੈਂ ਇਹ ਸਵਾਲ ਕਰਨਾ ਚਾਹੁੰਦਾ, ਕਿਉਂ ਇਹ ਮੋਦੀ ਸਰਕਾਰ ਆ ਜਿਹੜੀ ਜਵਾਨਾਂ ਨੂੰ ਸ਼ਹੀਦ ਕਰਾ ਕੇ ਜਿਹੜਾ ਸਟੈਪ ਲੈਂਦੀ ਆ, ਜਦੋਂ ਪਤਾ ਹੈ ਕਿ ਸਰਹੱਦ ਦੇ ਉੱਤੇ ਗੜਬੜਾ, ਚਾਈਨਾ ਆਪਦੀਆਂ ਆਪਾਂ ਕਹਿ ਲਈਏ ਉਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। 50 ਦਿਨਾਂ ਦੇ ਵਿੱਚ 2 ਵਾਰ ਬਹੁਤ ਉੱਚ ਪੱਧਰੀ ਅਫਸਰਾਂ ਦੀ ਮੀਟਿੰਗ ਹੋਈ ਸਰਹੱਦ ਦੇ ਉੱਤੇ। ਉਹ ਆਪਾਂ ਕਹਿ ਲਈਏ ਉਹਨਾਂ ਮੀਟਿੰਗਾਂ ਦੇ ਜੋ ਸਿੱਟੇ ਹੀ ਬੇਨਤੀਜਾ ਨਿਕਲੇ ਤੇ 50 ਦਿਨ ਤੋਂ ਜੋ ਬਾਅਦ ਸੀਗਾ, ਲਗਾਤਾਰ 3 ਵਾਰ ਝੜਪਾਂ ਹੋਈਆਂ ਤੇ ਪਲ ਪਲ ਦੀ ਖਬਰ। ਇੱਥੇ ਇਹ ਨਹੀਂ ਕਹਿ ਸਕਦੀ ਮੋਦੀ ਸਰਕਾਰ ਕਿ ਉਹਨਾਂ ਨੂੰ ਇਹਨਾਂ ਆਪਾਂ ਕਹਿ ਲਈਏ ਝੜਪਾਂ ਬਾਰੇ ਖਬਰ ਨਹੀਂ ਸੀ, ਕਿਉਂਕਿ ਰੂਲ ਹੈ ਮਿਲਟਰੀ ਦਾ, ਜੋ ਵੀ ਕੋਈ ਵੀ ਵਾਦ ਵਿਵਾਦ ਹੁੰਦਾ ਤਾਂ ਹੈੱਡ ਆਫਿਸ ਕੋਲ ਖਬਰ ਜਾਂਦੀ ਹੈ, ਹੈੱਡ ਆਫਿਸ ਜੋ ਸਰਕਾਰ ਕੋਲੇ ਭੇਜਦੀ ਆ, ਪਲ ਪਲ ਦੀ ਖਬਰ ਜਾਂਦੀ ਆ। ਕਿਉਂ ਇਹਨਾਂ ਨੇ 20 ਫੌਜੀ ਸ਼ਹੀਦ ਹੋਣ ਦਾ ਇੰਤਜ਼ਾਰ ਕੀਤਾ? ਕਿਉਂ ਇਹਨਾਂ ਨੇ ਉਹ ਸਮਝੌਤਿਆਂ ਦੀ ਆੜ ਦੇ ਵਿੱਚ ਅੱਜ ਲੁਕ ਰਹੇ ਨੇ, ਜਿਹੜੇ ਸਮਝੌਤਿਆਂ ਦੀ ਗੱਲ ਕਰਦੇ ਨੇ? ਕੋਈ ਦੁਸ਼ਮਣ ਮੁਲਕ ਚਾਈਨਾ ਵਰਗਾ ਸਾਡੇ ਫੌਜੀਆਂ ਨੂੰ ਆ ਕੇ ਉਹਨਾਂ ਤੇ ਹਮਲਾ ਕਰੇ ਤੇ ਸਾਡੇ ਫੌਜੀਆਂ ਦਾ ਨੁਕਸਾਨ ਹੋ ਰਿਹਾ ਹੋਵੇ ਤੇ ਇਹ ਦੁਹਾਈ ਪਾਉਂਦੇ ਆ ਸਮਝੌਤਿਆਂ ਦੀ। ਆਪਾਂ ਕਹਿੰਦੇ ਜਦੋਂ ਸਾਡੇ ਦੇਸ਼ ਦੇ ਵਿੱਚ ਕੋਈ ਦਾਖਲ ਹੋ ਗਿਆ ਤੇ ਸਾਡੇ ਫੌਜੀਆਂ ਤੇ ਹਮਲਾਵਰ ਹੋ ਰਿਹਾ, ਸਾਡੇ ਫੌਜੀ ਸ਼ਹੀਦ ਹੋ ਰਹੇ ਨੇ, ਕਿਉਂ ਨਹੀਂ ਇਹਨਾਂ ਨੇ ਆਪਣਾ ਫਰਜ਼ ਨਿਭਾਇਆ? ਤਾਂ ਇਹ ਨਰਿੰਦਰ ਮੋਦੀ ਤੇ ਬੀਜੇਪੀ ਦੀ ਸਰਕਾਰ ਦਾ ਆਪਾਂ ਕਹ ਲਈਏ ਇਹ ਫੇਲ ਆ ਉਸ ਚੀਜ਼ ਦੇ ਵਿੱਚ, ਜੋ ਇਹਨਾਂ ਨੂੰ ਫੈਸਲਾ ਸਹੀ ਸਮੇਂ ਤੇ ਲੈਣਾ ਚਾਹੀਦਾ। ਇਹ ਕਿਉਂ ਉਡੀਕ ਕਰਦੇ ਆ ਕਿ ਸਾਡੇ ਫੌਜੀ ਮੈਂ ਗੱਲ ਨਹੀਂ, ਮੇਰਾ ਕਹਿੰਦਾ ਉਹਨਾਂ ਦਾ ਜਿਹੜਾ ਮਤਲਬ ਸਵਾਲ ਮੈਂ ਵੀ ਕਰ ਦਿੰਦਾ ਵੀ ਹੁਣ ਇਸ ਵੇਲੇ ਜਿਹੜੀਆਂ ਵਾਰਤਾਲਾਪ ਹੋ ਰਿਹਾ ਔਰ ਮੀਟਿੰਗਾਂ ਹੋ ਰਹੀਆਂ, ਪਹਿਲਾਂ ਵੀ ਮੀਟਿੰਗਾਂ ਹੋਈਆਂ ਸੀ, ਜਦ ਕਿ 6 ਜੂਨ ਨੂੰ ਮੀਟਿੰਗ ਹੋਈ ਸੀ ਔਰ ਉਸ ਤੋਂ ਬਾਅਦ 15 ਔਰ 20 ਜੂਨ ਨੂੰ ਇਹ ਸਟੈਪ ਹੋ ਗਿਆ। ਚਾਹੇ ਅਸੀਂ ਕਹਿੰਦੇ ਆ ਵੀ ਉਹਨੇ ਪਿੱਠ 'ਚ ਛੁਰਾ ਮਾਰਿਆ, ਪਰ ਲੇਕਿਨ ਉਹਨਾਂ ਦੀ ਗੱਲ ਦੇ ਵਿੱਚ ਅਸੀਂ ਆਈਏ ਵੀ ਜੇ 50 ਦਿਨ ਤੋਂ ਇਹ ਕੰਮ ਹੋ ਰਿਹਾ ਸੀ ਤੇ ਉਦੋਂ ਕਿਉਂ ਨਹੀਂ ਐਕਸ਼ਨ ਲਿਆ ਜਾਣਾ ਚਾਹੀਦਾ ਸੀ? ਤੇ ਮੀਟਿੰਗਾਂ ਤਾਂ ਅੱਜ ਵੀ ਹੋ ਰਹੀਆਂ, ਅੱਜ ਵੀ ਮੇਜਰ ਲੈਵਲ ਤੇ ਮੀਟਿੰਗਾਂ ਹੋ ਰਹੀਆਂ। ਮੇਰਾ ਸਾਹਿਬ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਾ, ਪਹਿਲਾਂ ਕਾਂਗਰਸ ਨੇ ਰਾਜ ਕੀਤਾ ਇੰਨੇ ਸਾਲ ਜੀ, ਉਦੋਂ ਸਰਹੱਦਾਂ ਤੇ ਜਦੋਂ ਗੋਲੀਆਂ ਚੱਲਦੀਆਂ ਸੀਗੀਆਂ ਤੇ ਬਰਾਬਰ ਜਵਾਬ ਨਹੀਂ ਸੀ ਮਿਲਦਾ। ਅੱਜ ਇੱਕ ਸਾਡੇ ਪਾਕਿਸਤਾਨ ਦੇ ਲੋਕ ਇੱਕ ਸਾਡੇ ਮਿਲਟਰੀ ਮੈਨ ਨੂੰ ਕੁਝ ਖਸ਼ਤੀ ਕਰਦੇ ਨੇ ਤੇ ਸਾਡੇ ਪ੍ਰਧਾਨ ਮੰਤਰੀ ਉਸੇ ਵੇਲੇ ਉਹਦਾ ਐਕਸ਼ਨ ਕਰਦੇ ਨੇ। ਅੱਜ ਦੇਸ਼ ਦੇ ਅੰਦਰ 370 ਧਾਰਾ ਲਾ ਕੇ ਨਹਿਰੂ ਨੇ ਸਾਡੇ ਦੇਸ਼ ਦੇ ਅੰਗ ਨੂੰ ਉੱਥੇ ਪਾਕਿਸਤਾਨ ਦੇ ਸਪੁਰਦ ਕਰਤਾ ਸੀਗਾ, ਉਹ ਨਰਿੰਦਰ ਮੋਦੀ ਨੇ ਵਾਪਸ ਲਿੱਤਾ। ਉਹ ਨਰਿੰਦਰ ਮੋਦੀ ਨੇ ਉੱਥੇ ਦੀ 370 ਧਾਰਾ ਤੋੜੀ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਵੀ ਅੱਜ ਕਾਂਗਰਸ ਦੁਹਾਈ ਕਰ ਰਹੀ ਹੈ, ਇਹ ਕਰ ਰਹੇ ਅਨਪੜਤਾ ਦੀ ਗੱਲ ਕੀਤੀ ਮੇਰੇ ਵੀਰ ਜੀ ਨੇ ਵੀ ਨਰਿੰਦਰ ਮੋਦੀ ਦੀ ਅਨਪੜਤਾ ਨਰਿੰਦਰ ਮੋਦੀ ਦੀ ਨਹੀਂ। ਨਰਿੰਦਰ ਮੋਦੀ ਬਹੁਤ ਦੂਰਦਰਸ਼ੀ ਨੇਤਾ ਵਾ ਜਿਹਨੂੰ ਇੱਕ ਇੱਕ ਚੀਜ਼ ਦੀ ਸਮਝ ਹੈ। ਅਨਪੜਤਾ ਰਾਹੁਲ ਗਾਂਧੀ ਦੀ ਹੈ,
ਜਿਹੜਾ ਟਵੀਟ ਦੇ ਵਿੱਚ ਸਰੈਂਡਰ ਨੂੰ ਸੁਰਿੰਦਰ ਲਿਖਦਾ ਪਿਆ, ਇਹ ਅਨਪੜ੍ਹਤਾ। ਇਹ ਉਹ ਅਨਪੜ੍ਹਤਾ ਜਿਹੜੇ ਜੇਐਨਯੂ ਦੇ ਅੰਦਰ ਟੁਕੜੇ ਗੈਂਗ ਨੂੰ ਸਪੋਰਟ ਕਰਨ ਦੇ ਲਈ, ਉਹਨੂੰ ਸ਼ਾਬਾਸ਼ ਦੇਣ ਲਈ ਉੱਥੇ ਉਹਨਾਂ ਦੇ ਕੋਲ ਜਾਣਾ, ਇਹ ਅਨਪੜ੍ਹਤਾ। ਦੇਸ਼ ਦੀ ਰਾਖੀ ਕਰਨ ਵਾਲੀ ਸੈਨਾ ਦੀ ਪਿੱਠ ਥਪਥਪਾਣਾ, ਇਹ ਨਰਿੰਦਰ ਮੋਦੀ। ਇੱਕ ਗੱਲ ਮੈਂ ਹੋਰ ਗੱਲ ਕਹਿਣਾ ਚਾਹਨਾ, ਮੈਂ ਮਹਿਰਾ ਸਾਹਿਬ ਸ਼ਾਇਦ ਮੇਰੇ ਦੋਸਤ ਨੇ ਇਹ ਚੈਨਲਾਂ ਤੇ ਸ਼ਾਇਦ ਦੇਖਿਆ ਨਹੀਂ ਹੈ, ਇਹਨਾਂ ਦਾ ਇੱਕ ਬਹੁਤ ਹੀ ਹੋਣਹਾਰ ਲੀਡਰ ਕਾਂਗਰਸ ਦਾ ਲੱਦਾਖ ਦੇ ਅੰਦਰ ਚੈਨਲਾਂ ਦੇ ਉੱਤੇ ਉਹ ਟਵੀਟ ਚੱਲ ਰਿਹਾ, ਸਾਰਾ ਚੈਨਲਾਂ ਤੇ ਕੰਮ ਚੱਲ ਰਿਹਾ, ਜਿਹੜਾ ਚਾਈਨਾ ਦੇ ਤਲਵੇ ਚੱਟ ਰਿਹਾ, ਉਹਦਾ ਨਾਮ ਹੈ ਜ਼ਾਕਿਰ ਹੁਸੈਨ ਜੀ। ਮੈਂ ਬੜੀ ਠੋਕ ਕੇ ਗੱਲ ਕਹਿ ਰਿਹਾ ਵਾ, ਜ਼ਾਕਿਰ ਹੁਸੈਨ ਉਹ ਚਾਈਨਾ ਦੇ ਤਲਵੇ ਚੱਟਣ ਵਾਲਾ, ਲੱਦਾਖ ਦੇ ਨੇਤਾ, ਉਹ ਲੱਦਾਖ ਦਾ ਨੇਤਾ। ਉਹਨੇ ਇਹ ਗੱਲ ਫੋਨ ਦੇ ਉੱਤੇ ਵਾਰਤਾਲਾਪ ਕੀਤੀ ਵੀ ਅੱਧਾ ਤੇ ਕਬਜ਼ਾ ਚਾਈਨਾ ਨੂੰ ਕਰਵਾਤਾ, ਹੁਣ ਅੱਧਾ ਹੋਰ ਕਰਾਣਾ, ਲੱਦਾਖ ਦੇ ਟੁਕੜੇ ਹੋਣੇ ਆ। ਜੇ ਇਹ ਮੇਰੇ ਵੀਰ ਜੀ ਔਰ ਕਾਂਗਰਸ ਦੇ ਬਾਬਾ ਜੀ ਮੇਰੀ ਗੱਲ ਸੁਣਦੇ ਹੋਣ, ਚੈਨਲ ਚੈੱਕ ਕਰਨ, ਉੱਥੋਂ ਪਤਾ ਚੱਲ ਜੂਗਾ। ਨਹੀਂ ਤਾਂ ਮੇਰੇ ਮੋਬਾਈਲ ਦੇ ਵਿੱਚ ਉਹਦੀ ਟਵੀਟ ਹੈ, ਉਹਦਾ ਸਾਰਾ ਚੀਜ਼ ਹੈਗੀ ਹੈ ਕਿ ਇਹ ਕਾਂਗਰਸ ਹੈ ਜਿਹੜੀ ਸਰਹੱਦਾਂ ਦੇ ਉੱਤੇ ਦੁਸ਼ਮਣ ਦੇਸ਼ਾਂ ਨਾਲ ਮਿਲੀ ਹੋਈ ਹੈ। ਇਹ ਉਹ ਕਾਂਗਰਸ ਹੈ ਸਿੱਧੂ ਵਰਗਾ ਜਿਹੜਾ ਜਾ ਕੇ ਪਾਕਿਸਤਾਨ ਦੇ ਉੱਥੇ ਬਾਜਵਾ ਨੂੰ ਜੱਫੀਆਂ ਪਾ ਕੇ ਸਾਡੀ ਲੀਪ ਉਹਨਾਂ ਨੂੰ ਪਹੁੰਚਾਉਂਦਾ। ਇਹ ਉਹ ਕਾਂਗਰਸ ਹੈ ਜਿਹੜੇ ਬਾਕੀ ਦੇ ਜਿਹੜੇ ਇਹਨਾਂ ਦੇ ਕਾਂਗਰਸ ਦੇ ਲੀਡਰ ਹੈ ਉਹਨਾਂ ਦੀ ਪਿੱਠ ਥਪਥਪਾ ਰਹੇ ਨੇ ਤਾਂ ਕਿ ਸਾਡੇ ਦੇਸ਼ ਦੇ ਉੱਤੇ ਹਮਲਾਵਰ ਹੋਣ। ਇਹ ਉਹ ਕਾਂਗਰਸ ਹੈ, ਇਹ ਨਰਿੰਦਰ ਮੋਦੀ ਹੈ। ਜਿੰਨੀ ਦੇਰ ਨਰਿੰਦਰ ਮੋਦੀ ਹੈ, ਦੇਸ਼ ਦੀਆਂ ਸਰਹੱਦਾਂ ਦੇ ਅਸੀਂ ਅੱਖ ਨਹੀਂ ਚੱਕਣ ਦੇਵਾਂਗੇ, ਇੱਧਰ ਵੜਨ ਨਹੀਂ ਦੇਵਾਂਗੇ। ਇਹ ਜਿਹੜੇ ਤੁਹਾਡੇ ਸਮਝੌਤੇ ਕੀਤੇ ਹੋਏ, ਇਹਦਾ ਖਮਿਆਜ਼ਾ ਅੱਜ ਅਸੀਂ ਭੁਗਤਿਆ। ਅੱਜ ਨਰਿੰਦਰ ਮੋਦੀ ਨੇ ਇਹ ਬਿਆਨ ਜਿਹੜਾ ਸਰਕਾਰ ਨੇ ਦਿੱਤਾ ਵੀ ਅਸੀਂ ਹਥਿਆਰ ਚੱਕ ਕੇ ਉਹਨਾਂ ਦਾ ਜਵਾਬ ਦੇਵਾਂਗੇ, ਇਹ ਜਿਹੜੇ ਸਮਝੌਤੇ ਕੀਤੇ ਹੋਏ ਸੀ ਉਹ ਤੋੜੇ ਗਏ ਹੈ। ਚਲੋ ਮੈਂ ਜਵਾਬ ਲੈ ਲੈਣਾ। ਹਾਂਜੀ, ਕੀ ਸਮਝ ਤੁਸੀਂ ਸਭ ਤੋਂ ਵੱਧ ਇਸ ਦੇਸ਼ ਤੇ ਰਾਜ ਕੀਤਾ ਤੁਹਾਡੀ ਪਾਰਟੀ ਨੇ, ਕੀ ਕਹਿਣਾ ਚਾਹੋਗੇ? ਮੈਂ ਇਹਨਾਂ ਨੂੰ ਵੀਰ ਜੀ ਨੂੰ ਇੱਕ ਗੱਲ ਫੇਰ ਕਹਿਣੀ ਚਾਹੁੰਦਾ ਜੀ। ਦੇਖੋ, ਗੱਲ ਘੁਮਾ ਫਿਰਾ ਕੇ ਉੱਥੇ ਹੀ ਫੇਰ ਲੈ ਆਉਂਦੇ ਆ। ਅੱਜ ਸੱਤਾ ਦੇ ਵਿੱਚ ਸਰਕਾਰ ਬੀਜੇਪੀ ਦੀ, ਤੁਹਾਡਾ 56 ਇੰਚ ਸੀਨੇ ਵਾਲਾ ਜਿਹਨੂੰ ਤੁਸੀਂ ਪ੍ਰਧਾਨ ਮੰਤਰੀ ਕਹਿੰਦੇ ਹੋ, ਉਹ ਤੁਹਾਡਾ ਆਪਦਾ। ਜਿਹੜੀ ਗੱਲ ਤੁਸੀਂ ਅਨਪੜ੍ਹਤਾ ਦੀ ਗੱਲ ਕਰਦੇ ਹੋ, ਮੈਂ ਇਹ ਗੱਲ ਦੁਬਾਰਾ ਫੇਰ ਗੱਲ ਕਹਿਣੀ ਚਾਹੁੰਦਾ ਕਿ ਨਰਿੰਦਰ ਮੋਦੀ ਜੀ ਨੇ ਆਪਣੀ ਅਨਪੜ੍ਹਤਾ ਦਾ ਸਬੂਤ ਦਿੱਤਾ ਆਪਣੇ ਬਿਆਨਾਂ ਦੇ ਵਿੱਚ। ਕਿਉਂ ਇਹ ਪ੍ਰਧਾਨ ਮੰਤਰੀ ਚਾਈਨਾ ਦੇ ਬਿਆਨਾਂ ਨੂੰ ਸਹੀ ਠਹਿਰਾ ਰਿਹਾ ਸੀਗਾ ਕਿ ਸਾਡੀ, ਦੇਖੋ ਇਹ ਗੱਲ ਕਹਿਣ ਦਾ ਫਰਜ਼ ਬਣਦਾ ਸੀ ਉੱਥੇ ਆਪਣੇ ਪ੍ਰਧਾਨ ਮੰਤਰੀ ਜੀ ਦਾ ਕਿ ਚਾਈਨਾ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਨੇ ਸਾਡੀ ਸਰਹੱਦ ਦੇ ਅੰਦਰ ਦਾਖਲ ਹੋ ਕੇ ਬਿਲਕੁਲ ਧੋਖੇ ਦੇ ਨਾਲ ਸਾਡੇ ਫੌਜੀਆਂ ਨੂੰ ਸ਼ਹੀਦ ਕੀਤਾ। ਜੇ ਦਾਖਲ ਨਹੀਂ ਹੋਏ, ਮੈਂ ਸਵਾਲ ਕਰਨਾ ਚਾਹੁੰਦਾ, ਜੇ ਦਾਖਲ ਨਹੀਂ ਹੋਏ ਫਿਰ ਫੌਜੀ ਕਿਵੇਂ ਸ਼ਹੀਦ ਹੋਏ? ਫਿਰ ਫੌਜੀ ਕਿਵੇਂ ਸ਼ਹੀਦ ਹੋਏ? ਸਾਡੇ ਵੀਆਂ ਨੂੰ ਨੁਕਸਾਨ ਹੋਇਆ। ਇਹਨਾਂ ਦੀ ਜੋ ਅਨਪੜ੍ਹਤਾ ਤੇ ਸਹੀ ਸਮੇਂ ਤੇ ਡਿਸੀਜਨ ਨਾ ਲੈਣ ਕਰਕੇ ਸਾਡੇ ਫੌਜੀ ਵੀ ਸ਼ਹੀਦ ਹੋਏ ਨੇ। ਜੇਕਰ ਦਾਖਲ ਹੋਣ ਤੋਂ ਰੋਕਣ ਦੀ ਗੱਲ ਕਰਦੇ ਹੋ, ਉਹਦੇ ਵਿੱਚ ਨਰਿੰਦਰ ਮੋਦੀ ਦਾ ਹੱਥ ਨਹੀਂ ਹੈਗਾ। ਉਹਦੇ ਵਿੱਚ ਸਾਡੇ ਉਹਨਾਂ ਜਵਾਨਾਂ ਦਾ ਆਪਾਂ ਕਹ ਲਈਏ ਸ਼ਹਾਦਤ ਆ ਉਹਨਾਂ ਦੀ, ਉਹਨਾਂ ਦੇ ਅਸੀਂ ਆਪਾਂ ਕਹ ਲਈਏ ਉਹਨਾਂ ਨੂੰ ਹਮੇਸ਼ਾ ਸਜਦਾ ਕਰਦੇ ਆ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਦੀ ਸਰਹੱਦ ਦੀ ਰੱਖਿਆ ਕੀਤੀ ਹੈ। ਕਾਂਗਰਸ ਦੇ ਲੀਡਰ ਲਦਾਖ ਦੇ ਅੰਦਰ ਤੁਹਾਡੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਨਹੀਂ ਪਤਾ ਕਿ ਫੌਜੀ ਸ਼ਹੀਦ ਹੁੰਦੇ ਆ, ਮਰਦੇ ਨਹੀਂ ਹੈਗੇ। ਇਹ ਸਾਡੇ ਫੌਜੀ ਤਾਂ ਹੀ ਮਰ ਰਹੇ ਆ, ਤੁਹਾਡੇ ਕਾਂਗਰਸ ਦੇ ਲੀਡਰ ਲਦਾਖ ਦੇ ਅੰਦਰ ਚਾਈਨਾ ਦੇ ਨਾਲ ਮਿਲ ਕੇ। ਇਹ ਗੱਲ ਤੁਸੀਂ ਇਹ ਗੱਲ ਕਹਿ ਰਹੇ ਹੋ, ਆ ਦੇਖੋ ਚੈਨਲ ਦੇਖੋ, ਮੈਂ ਤੁਹਾਡੇ ਨਹੀਂ ਕਹਿ ਰਿਹਾ, ਮੈਂ ਜੋ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਇਹ ਨਹੀਂ ਗੱਲ ਪਤਾ ਕਿ ਫੌਜੀ ਜਦੋਂ ਲੜਦੇ ਹੋਏ ਸ਼ਹੀਦ ਹੁੰਦੇ ਨੇ, ਮਰਦੇ ਨਹੀਂ ਹੁੰਦੇ। ਇਹ ਕਹਿੰਦੇ ਆ ਕਿ ਬਿਆਨ ਪढ़ लो ਉਹਨਾਂ ਦਾ ਕਿ हमारे ਜਿਹੜੇ ਫੌਜੀ ਆ ਸਾਡੇ ਭਾਈ ਉਹ ਉਹਨਾਂ को मारते मारते मरे है। मैं ਇਹ ਗੱਲ ਦੱਸੋ ਅਨਪੜ੍ਹਤਾ ਨਹੀਂ ਹੋਰ ਕੀ ਆ? ਇਹ ਅਖਬਾਰ ਚੱਕ ਲੋ, ਅਖਬਾਰ ਦੇ ਉੱਤੇ ਨੇ ਜੀ ਸ਼ਹੀਦ ਹੋਏ, ਅਖਬਾਰ ਦੇ ਉੱਤੇ ਬਿਆਨ ਆਇਆ ਹੋਇਆ ਹੈ ਇਹਨਾਂ ਦਾ। ਤੁਹਾਡੇ ਕਾਂਗਰਸ ਦੇ ਲੀਡਰ ਲਦਾਖ ਦੱਸੋ ਜੀ, ਇਹ ਅਨਪੜ੍ਹਤਾ ਤਾਂ ਹੋਰ ਕੀ ਆ? ਲੀਡਰ ਇੰਡੀਆ ਦੇ ਜਿਹੜੇ ਇਦਾਂ ਦੇ ਉੱਤੇ ਸਿਆਸਤ ਬੀਜੇਪੀ ਕਰ ਰਹੀ ਆ। ਰਲ ਕੇ ਅੱਜ ਸਾਡਾ ਕਾਂਗਰਸ ਨੇ ਹਮੇਸ਼ਾ ਦੇਸ਼ ਨੂੰ ਤਕੜਾ ਕੀਤਾ, ਕਾਂਗਰਸ ਦਾ ਇਤਿਹਾਸ ਆ। ਜੇਕਰ ਅੱਜ ਦੇਸ਼ ਤਾਕਤਵਰ ਹੋਇਆ 60 ਸਾਲ 65 ਸਾਲ ਜੋ ਵੀ ਕਾਂਗਰਸ ਨੇ ਰਾਜ ਕੀਤਾ, ਕਿ ਜੋ ਅੱਜ ਪਰ ਆਪਣੇ ਭਾਰਤ ਦੀ ਫੌਜ ਆ, ਜੋ ਮਿਲਟਰੀ ਅੱਜ ਦੁਨੀਆ ਦੀਆਂ ਚੁਣੀਆਂ ਹੋਈਆਂ ਮਿਲਟਰੀਆਂ ਦੇ ਵਿੱਚ ਆ ਕਿ ਜਿਹੜੀਆਂ ਤਾਕਤਵਰ ਮੰਨੀਆਂ ਜਾਂਦੀਆਂ, ਉਦੋਂ ਤੁਹਾਡਾ ਨਰਿੰਦਰ ਮੋਦੀ ਕਿੱਥੇ ਸੀ? ਕਿ ਇਹਨੇ 50 ਸਾਲਾਂ ਤਾਕਤਵਰ ਕਰਤੀ। ਦੇਸ਼ ਨੂੰ ਤਾਕਤਵਰ ਨਹੀਂ ਕੀਤਾ, ਇਹਨੇ 50 ਸਾਲਾਂ ਤਾਕਤਵਰ ਬਣਾਤੀ। 65 ਸਾਲ ਦੇ ਵਿੱਚ 65,000 ਘੁਟਾਲੇ ਹੋਏ। 10 ਅੱਜ ਮੁੱਦਾ ਜਿਹੜਾ ਚੱਲ ਰਿਹਾ ਉਸ ਮੁੱਦੇ ਤੇ ਗੱਲ ਕਰੋ। ਤੁਸੀਂ ਘੁਟਾਲਾ ਦਿਖਾਓ, ਤੁਸੀਂ ਕਹਿੰਦੇ ਦੇਸ਼ ਨੂੰ ਤਾਕਤਵਰ। ਉਹ ਘੁਟਾਲਾ
ਜੀ ਸਾਰਾ ਦੇਸ਼ ਵੇਚਦਾ, ਤੁਸੀਂ ਘਟਾਲਿਆਂ ਦੀ ਗੱਲ ਕਰਦੇ ਹੋ, ਸਾਰਾ ਦੇਸ਼ ਵੇਚੀ ਜਾਂਦੇ ਆ ਮੋਦੀ ਸਾਹਿਬ ਦਾ। ਬਾਦਲਾ ਘਟਾਲਿਆਂ ਦਾ ਮੁੱਦਾ ਨਹੀਂ ਹੈਗਾ, ਉਹਦੇ ਕੋਲ ਨਹੀਂ ਸੀ। ਇਹ ਤਾਂ ਰੱਜ ਕੇ ਦੇਸ਼ ਵੇਚਣ ਦੇ ਲੱਗੇ ਹੋਏ ਨੇ। ਤੁਸੀਂ ਦੱਸੋ ਗੱਲ ਘਟਾਲਿਆਂ ਦੀ ਕਰਦੇ ਹੋ? ਚਲੋ ਸਾਰੇ ਦੁਨੀਆ ਨੂੰ ਪਤਾ ਜੀ, ਝੋਲੀਆਂ ਭਰੀਆਂ, ਆਪਣੇ ਪਰਿਵਾਰ ਨੂੰ ਪਾਲਿਆ, ਦੇਸ਼ ਦੇ ਉੱਤੇ ਕੁਝ ਨਹੀਂ ਕੀਤਾ। ਅੱਜ ਦੇਸ਼ ਦੇ ਅੰਦਰ ਨਰਿੰਦਰ ਮੋਦੀ ਜੋ ਕਰ ਰਿਹਾ ਉਹਦੇ ਵਰਗਾ ਕੋਈ ਨਹੀਂ ਕਰ ਸਕਦਾ। ਇੱਕ ਹੋਰ ਕੇਂਦਰ ਸਰਕਾਰ ਤੇ ਇਲਜ਼ਾਮ ਹੈ ਵੀ ਜਦੋਂ ਸਰਬ ਪਾਰਟੀ ਸੱਦਾ ਦਿੱਤਾ ਗਿਆ ਸੀ ਤੇ ਕਾਫੀ ਪਾਰਟੀਆਂ ਨਾਰਾਜ਼ ਹੋ ਗਈਆਂ। ਉਹ ਕਹਿੰਦੇ ਛੋਟੀਆਂ ਪਾਰਟੀਆਂ ਨੂੰ ਬੁਲਾਇਆ ਨਹੀਂ, ਹਾਲਾਂਕਿ ਆਮ ਆਦਮੀ ਪਾਰਟੀ ਵੀ ਨਾਰਾਜ਼ ਆ। ਉਹ ਕਹਿੰਦੇ 3 ਵਾਰੀ ਮੁੱਖ ਮੰਤਰੀ ਬਣੇ, ਕੇਜਰੀਵਾਲ ਨੂੰ ਨਹੀਂ ਬੁਲਾਇਆ। ਆਰਜੇਡੀ ਬਿਹਾਰ ਦੀ ਪਾਰਟੀ ਆ, ਉਹਨੂੰ ਨਹੀਂ ਬੁਲਾਇਆ। ਔਰ ਉਧਰ ਓਵੈਸੀ ਦੀ ਪਾਰਟੀ, ਉਹਨੂੰ ਨਹੀਂ ਬੁਲਾਇਆ। ਹੋਰ ਵੀ ਕਈ ਪਾਰਟੀਆਂ ਉਹ ਕਹਿੰਦੇ ਸਾਨੂੰ ਕਿਉਂ ਨਹੀਂ ਬੁਲਾਇਆ, ਅਗਰ ਸਰਬ ਪਾਰਟੀ ਦੇ ਵਿੱਚ ਅਸੀਂ ਕਿਉਂ ਨਹੀਂ ਆਉਂਦੇ। ਇਸ ਕਰਕੇ ਉਹਦੇ ਤੇ ਵੀ ਆਰੋਪ ਹੈ। ਹਾਂਜੀ, ਕੀ ਕਹਿਣਾ ਚਾਹੋਗੇ? ਸਰਬ ਪਾਰਟੀ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਸੱਦੇ ਦਿੱਤੇ ਜਾਂਦੇ ਆ। ਇਹ ਜਵਾਬ ਪ੍ਰੋਪਰਲੀ ਪੀਐਮ ਹਾਊਸ ਦੇ ਸਕਦਾ ਵੀ ਕਿਹਨੂੰ ਸੱਦੇ ਗਏ ਕਿ ਨਹੀਂ ਗਏ, ਕਿਸ ਤਰ੍ਹਾਂ ਗਏ ਹੈ, ਉਹ ਚ ਮੈਂ ਇਨਵੋਲਵ ਨਹੀਂ ਹੈ। ਮੈਂ ਅੱਜ ਗੱਲ ਸਰਹੱਦਾਂ ਦੀ ਕਰ ਸਕਦਾ, ਅੱਜ ਮੈਂ ਦੇਸ਼ ਦੀ ਗੱਲ ਕਰ ਸਕਦਾ। ਜਿਹੜਾ ਉੱਥੇ ਆਲ ਪਾਰਟੀ ਚ ਬੁਲਾਉਣ ਦਾ ਕੰਮ ਹੈ ਪੀਐਮ ਹਾਊਸ ਦਾ ਵਾ, ਔਰ ਪੀਐਮ ਹਾਊਸ ਇਸ ਦਾ ਜਵਾਬ ਬਿਹਤਰ ਦੇ ਸਕਦਾ। ਕਿਉਂਕਿ ਉਹਨਾਂ ਦੇ ਸੀਨੀਅਰ ਨੇਤਾ ਸੰਜੇ ਨੇ ਕਿਹਾ ਵੀ ਸਾਨੂੰ ਨਹੀਂ ਬੁਲਾਇਆ ਗਿਆ। 3 ਵਾਰ ਦੇ ਮੁੱਖ ਮੰਤਰੀ ਸਾਡੇ ਅਰਵਿੰਦ ਕੇਜਰੀਵਾਲ, ਸਾਡਾ ਜਿਹੜਾ ਸਨਮਾਨ ਨਹੀਂ ਰੱਖਿਆ ਗਿਆ, ਸਾਡੀ ਇਹਦੇ ਇਨਸਲਟ ਹੈ। ਇਸ ਤਰੀਕੇ ਦੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ। ਚਲੋ ਇਹ ਤਾਂ ਹੁਣ ਤੁਸੀਂ ਕਹਿ ਦਿੱਤਾ ਵੀ ਸਰਕਾਰ ਦੇਖਣਾ ਹੈ, ਸਰਕਾਰ ਨੇ ਕਿਹਨਾਂ ਨੂੰ ਬੁਲਾਣਾ ਕਿਹਨਾਂ ਨੂੰ ਬੁਲਾਣਾ, ਇਹ ਵੀ ਇੱਕ ਨੀਤੀਆਂ 'ਚ ਹੀ ਸ਼ਾਮਲ ਹੁੰਦਾ। ਇਹਦੇ ਤੇ ਵੀ ਭਾਰਤੀ ਜਨਤਾ ਪਾਰਟੀ ਅਗਲੀ ਆਉਣ ਵਾਲੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਇਹਨਾਂ ਨੇ ਮੀਟਿੰਗਾਂ ਕਰਨੀਆਂ ਉਹਦੇ ਵਿੱਚ ਮੈਂ ਧਿਆਨ ਰੱਖਿਆ। ਕੀ ਕਹਿਣਾ ਚਾਹੋਗੇ ਲਾਸਟ? ਹਾਂਜੀ, ਇਹ ਜਿਹੜੀ ਰਾਜਨੀਤੀ ਹੈ, ਇਹ ਜਿਹੜਾ ਬਾਰ ਪਲਟਵਾਰ ਦਾ ਦੌਰ ਚੱਲਿਆ, ਇਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਹੁਣ ਆਪਾਂ ਲਾਸਟ ਤੇ ਕਰੀਏ। ਦੇਖੋ ਜੀ, ਮੈਂ ਅੱਜ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਜੀ। ਕਾਂਗਰਸ ਪਾਰਟੀ ਹਮੇਸ਼ਾ ਦੇਸ਼ ਦੇ ਹਿੱਤਾਂ ਦੀ ਰਾਖੀ ਵਾਸਤੇ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦੇ ਵਾਸਤੇ ਹਮੇਸ਼ਾ ਹੀ ਉਹਨੇ ਕੱਲ ਅੱਗੇ ਆ ਕੇ ਜੋ ਵੀ ਕੰਮ ਕਰ ਸਕਦੀ ਕਰ ਰਿਹਾ। ਅੱਜ ਵੀ ਸਾਡੀ ਕਾਂਗਰਸ ਪਾਰਟੀ ਆ, ਉਹ ਪੂਰੀ ਤਰ੍ਹਾਂ ਦੇ ਨਾਲ ਸਰਕਾਰ ਦੇ ਨਾਲ ਖੜੀ ਆ, ਸਹਿਯੋਗ ਦੇ ਰਹੀ ਆ। ਪਰ ਅਸੀਂ ਕਹਿੰਦੇ ਆ ਜੋ ਤੁਹਾਡੀਆਂ ਜ਼ਿੰਮੇਵਾਰੀਆਂ ਨੇ, ਜੋ ਤੁਸੀਂ ਫੈਸਲੇ ਲੈ ਰਹੇ ਆ, ਉਹਨਾਂ ਨੂੰ ਇੱਕ ਸਹੀ ਸਮੇਂ ਤੇ ਲਓ ਤਾਂ ਜੋ ਸਾਡੀ ਮਿਲਟਰੀ ਦਾ ਨੁਕਸਾਨ ਹੋਵੇ। ਸਾਡੀ ਮਿਲਟਰੀ ਸਮਰੱਥ ਆ, ਸਾਡੀ ਫੌਜ ਸਮਰੱਥ ਆ ਦੁਸ਼ਮਣ ਨੂੰ ਮੂੰਹ ਤੋੜਵਾ ਜਵਾਬ ਦੇਣ ਦੇ ਲਈ। ਤੇ ਜਿੱਥੇ ਨਾ ਜਿੱਥੇ ਇਹਨਾਂ ਦੇ ਫਰਜ਼ ਬਣਦੇ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਜ਼ ਬਣਦੇ ਆ, ਸਰਕਾਰ ਦੇ ਫਰਜ਼ ਬਣਦੇ ਆ, ਉਹ ਆਪਣੇ ਜਿਹੜੇ ਫਰਜ਼ ਸਹੀ ਸਮੇਂ ਤੇ ਨਿਭਾਉਣ, ਨਾ ਕਿ ਸਾਡੀ ਫੌਜ ਦਾ ਮਿਲਟਰੀ ਦਾ ਨੁਕਸਾਨ ਹੋਣ ਤੋਂ ਬਾਅਦ ਨਿਭਾਉਣ। ਸਾਨੂੰ ਇਸ ਚੀਜ਼ ਦਾ ਡਰ ਦਾ ਹਮੇਸ਼ਾ ਰਹੂਗਾ ਕਿ ਸਰਕਾਰ ਦੀ ਨਾਕਾਮੀ ਕਰਕੇ ਸਾਡੇ ਜਿਹੜੇ ਜਵਾਨ ਸ਼ਹੀਦ ਹੋਏ ਨੇ, ਸਹੀ ਸਮੇਂ ਦੇ ਉੱਤੇ ਸਹੀ ਡਿਸੀਜਨ ਲਿਆ ਹੁੰਦਾ ਤੇ ਫੌਜ ਨੂੰ ਖੁੱਲ੍ਹ ਦਿੱਤੀ ਹੁੰਦੀ, ਅੱਜ ਜਿਹੜੀਆਂ ਖਬਰਾਂ ਹੋਰ ਹੋਣੀਆਂ ਸੀਗੀਆਂ। ਅੱਜ ਇਹ ਆਪਾਂ ਕਹਿ ਲਈਏ ਨਾ, ਜਿੱਥੇ ਸਾਡੇ ਫੌਜੀਆਂ ਦਾ ਨੁਕਸਾਨ ਹੋਇਆ, ਇਹ ਨਹੀਂ ਹੋਣਾ ਸੀਗਾ। ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਨੁਕਸਾਨ ਵਾਲਾ ਪੱਖ ਚਾਈਨਾ ਦੇ ਕੋਲ ਜਾਣਾ ਸੀਗਾ। ਮੈਂ ਕਹਿੰਦਾ ਅਸੀਂ ਸਾਡੇ ਨਾਲ ਹਾਂ ਜੀ। ਮਿਹਰਬਾਨੀ। ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਅੱਜ ਦੇਸ਼ ਦੇ ਅੰਦਰ ਜ਼ੀਰੋ ਤੇ ਕਾਂਗਰਸ ਖੜੀ ਹੈ। ਉਹ ਆਪਣੀ ਹੋਂਦ ਬਚਾਉਣ ਦੇ ਲਈ ਉਲਟ ਪੁਲਟ ਬਿਆਨ ਦਿੱਤੇ ਜਾ ਰਹੇ ਹੈ ਵੀ ਸਰਹੱਦਾਂ ਤੇ ਇਦਾਂ ਹੋ ਗਿਆ, ਸਰਹੱਦਾਂ ਸਾਡੀਆਂ ਮਜ਼ਬੂਤ ਹੈ ਪਰ ਮਜ਼ਬੂਤ ਰਹਿਣਗੀਆਂ। ਸਾਡੇ ਦੇਸ਼ ਦੇ ਸਿਪਾਹੀ ਫੌਜੀ ਸક્ષਮ ਹੈ, ਸਾਡੀ ਫੌਜ ਸક્ષਮ ਹੈ ਉਹਨੂੰ ਮੂੰਹ ਤੋਂ ਜਵਾਬ ਦੇਣ ਲਈ। ਪਰ ਇਹ ਆਪਣੀ ਹੋਂਦ ਬਚਾਉਣ ਪਿੱਛੇ ਫੌਜੀਆਂ ਨੂੰ ਵਿੱਚ ਲਿਆ ਕੇ ਆਪਣੀ ਗਲਤ ਬਿਆਨਬਾਜ਼ੀ ਕਰਨ ਵਾਲ ਮੈਂ ਇਹਦੀ ਨਿੰਦਾ ਕਰਦਾ ਵਾ। ਔਰ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਵੀ ਦੇਸ਼ ਦੇ ਅੰਦਰ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਐਨਡੀਏ ਦੀ ਸਰਕਾਰ ਆਈ ਹੈ, ਜਿੰਨੀਆਂ ਸਰਹੱਦਾਂ ਤੇ ਕੋਈ ਵੀ ਕਿਸੇ ਦੁਸ਼ਮਣ ਨੇ ਸਿਰ ਚੱਕਣ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ। ਜੰਮੂ ਕਸ਼ਮੀਰ ਦੇ ਅੰਦਰ, ਬਾਲਾਕੋਟ ਦੇ ਅੰਦਰ, 에ਅਰ ਸਟ੍ਰਾਈਕ ਦੇ ਅੰਦਰ ਜੋ ਡਿਸੀਜਨ ਨਰਿੰਦਰ ਮੋਦੀ ਸਰਕਾਰ ਨੇ ਲਿੱਤੇ ਹੈ, ਅੱਜ ਤੱਕ ਕੋਈ ਵੀ ਸਰਕਾਰ ਪਿਛਲੇ 65 ਸਾਲਾਂ 'ਚ ਲੈ ਨਹੀਂ ਸਕੀ ਡਿਸੀਜਨ ਜੋ ਲਿੱਤੇ ਆ। ਔਰ ਅੱਜ ਚਾਈਨਾ ਜੇ ਟੇਬਲ ਤੇ ਬੈਠ ਕੇ ਗੱਲ ਕਰਨ ਲਈ ਆਇਆ ਤੇ ਸਾਡੇ ਦੇਸ਼ ਦੀ ਫੌਜੀਆਂ ਦੀ ਹੌਸਲੇ ਦੇ ਕਾਰਨ, ਉਹ ਦੇਸ਼ ਦੀ ਸਰਕਾਰ ਦੀ ਸ਼ਾਬਾਸ਼ੀ ਦੇ ਕਾਰਨ, ਔਰ ਉਹਨਾਂ ਨੂੰ ਸਮਾਨ ਦੇਣ ਦੇ ਕਾਰਨ ਅੱਜ ਉਹ ਟੇਬਲ ਤੇ ਬੈਠਣ ਲਈ ਆਇਆ। ਮੈਂ ਇੱਕ ਗੱਲ ਕਹਿ ਕੇ ਆਪਣੀ खत्म करूंगा, उस घर में घुसकर मारेंगे जिस घर से दुश्मन निकलेगा, वो कोख नहीं पलने देंगे जिस कोख से दुश्मन जन्मेगा। समय ਦੀਆਂ ਸਰਕਾਰਾਂ ਨੇ ਇਹ ਜ਼ਰੂਰ ਦੇਖਿਆ ਗਿਆ ਵੀ ਇਸ ਵੇਲੇ ਵੀ ਸਾਡੇ ਜਿਹੜੇ ਚਾਈਨਾ ਨਾਲ ਜਦੋਂ ਵੀ ਵਾਰਤਾਲਾਪ ਚੱਲਿਆ, ਚਾਹੇ ਉਹਦੇ ਨਾਲ ਯੁੱਧ ਹੋਇਆ, ਵੀ ਸਰਕਾਰਾਂ ਨੇ ਕਈ ਵਾਰ ਕੁਝ ਨਾ ਕਿਤੇ ਕਮੀ ਜ਼ਰੂਰ ਰਹਿ ਗਈ ਆ। ਲੇਕਿਨ ਹੁਣ ਅੱਜ ਦੇਸ਼ ਪੁੱਛਦਾ ਵੀ ਇਹ ਜਿਹੜੇ ਸਾਡੇ 16 ਬਿਹਾਰ ਬਟਾਲੀਅਨ ਦੇ 20 ਜਵਾਨ ਜਿਹੜੇ ਸ਼ਹੀਦ ਹੋ ਗਏ, ਉਹਦਾ ਅਸਲ ਕਾਰਨ ਕੀ ਆ, ਇਹ ਵੀ ਦੱਸਣਾ ਪਊਗਾ ਸਰਕਾਰਾਂ ਨੂੰ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕੀਤੀ ਆ ਵੀ ਸਾਡੇ ਫੌਜੀ ਜਵਾਨਾਂ ਨੂੰ
ਘੱਟੋ ਘੱਟ ਉਹਨਾਂ ਨੂੰ ਆਤਮ ਰਕਸ਼ਣ ਕਰਨ ਵਾਸਤੇ, ਉਹਨਾਂ ਦੀ ਆਪਣੀ ਸਵੈ ਰੱਖਿਆ ਵਾਸਤੇ ਤੇ ਸਰਹੱਦਾਂ ਦੀ, ਦੇਸ਼ ਦੀ ਰੱਖਿਆ ਕਰਨ ਵਾਸਤੇ ਉਹਨਾਂ ਨੂੰ ਹਥਿਆਰ ਚਲਾਉਣ ਦੀ ਆਗਿਆ ਹੋਣੀ ਚਾਹੀਦੀ ਆ, ਜਿਹੜੀ ਆਗਿਆ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇ ਦਿੱਤੀ ਆ। ਔਰ ਨਾਲ ਦੀ ਨਾਲ 500 ਕਰੋੜ ਰੁਪਏ ਦੀ ਜਿਹੜੀ ਐਮਰਜੈਂਸੀ ਜਿਹੜਾ ਫੰਡ ਆ ਉਹ ਵੀ ਦੇ ਦਿੱਤਾ ਤਿੰਨਾਂ ਸੈਨਾਵਾਂ ਨੂੰ। ਇਹ ਵੀ ਬਹੁਤ ਵੱਡੀ ਗੱਲ ਆ। ਹੁਣ ਦੇਖਣਾ ਹੋਊਗਾ ਕਿ ਇਸ ਵੇਲੇ ਚੀਨ ਜਿਹੜਾ ਡਰਿਆ ਹੋਇਆ, ਜਦੋਂ ਆਪਾਂ ਸੋਚਦੇ ਸੀ ਕਿ ਸ਼ਾਇਦ ਚੀਨ ਹਾਵੀ ਹੋ ਜਾਏਗਾ, ਅੱਜ ਵੀ ਵਾਰਤਾਲਾਪ ਜਾਰੀ ਆ। ਔਰ ਇਸ ਵਾਰਤਾਲਾਪ ਦੇ ਵਿੱਚ ਚਾਈਨਾ ਇਹ ਭੁੱਲ ਜਾਵੇ ਕਿ ਤੁਸੀਂ ਜਿਹੜੀ ਪਹਿਲਾਂ ਵਾਰਤਾਲਾਪਾਂ ਕਰਦੇ ਆ ਰਹੇ ਹੋ, ਚਾਹੇ 1954 ਚ ਕੀਤੀ ਆ, ਚਾਹੇ ਹੁਣ ਕੀਤੀ ਆ, ਉਹ ਵਾਰਤਾਲਾਪ ਤੇ ਭਾਰਤ ਤੁਹਾਡੇ ਤੇ ਬਿਲਕੁਲ ਵੀ ਭਰੋਸਾ ਨਹੀਂ ਕਰੇਗਾ, ਕਿਉਂਕਿ ਤੁਸੀਂ ਭਰੋਸਾ ਗਵਾ ਚੁੱਕੇ ਹੋ, ਪਿੱਠ ਪਿੱਛੇ ਛੁਰਾ ਮਾਰ ਚੁੱਕੇ ਹੋ। ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਸਾਡਾ ਪੂਰੀ ਦੁਨੀਆ ਨੂੰ ਲੋਹਾ ਲੈ ਸਕਦਾ ਤੇ ਹੁਣ ਉਹ 62 ਵਾਲਾ ਦੇਸ਼ ਨਹੀਂ ਰਿਹਾ। ਹੁਣ ਭਾਰਤ ਜਿਹੜਾ ਹੈ ਇਹ 2020 ਦਾ ਦੇਸ਼ ਹੈ, ਇਹਨੂੰ ਸਮਝ ਲੈਣਾ ਚਾਹੀਦਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਗ੍ਰਹਿ ਮੰਤਰੀ ਨੇ ਕਹਿਤਾ ਵੀ ਗਿਲਗਿਸਟ ਤੇ POK ਵੀ ਸਾਡਾ ਤੇ ਸਾਈਚਿਨ ਵੀ ਸਾਡਾ ਹੋਊਗਾ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਡੇ ਪੈਨਲ ਦੇ ਵਿੱਚ ਵੀ ਜਿਹੜੇ ਬੁੱਧੀਜੀਵੀ ਬੈਠੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ।